गुरु जी की साजी अते नवाजी गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। गुरमुख प्यारिओ, जो आपां नूं गुरबाणी गुरु विच गुरु साहिबानां ने, भगतां ने, संतां ने, साधुआं ने, सतगुरु गुरु नानक पातशाह ने उपदेश बख्शिश कीता। सतगुरु समझाउंदे भी ये संसार दे विच जीव जदों आपदी मत द्वारा चलदा, जदों नहीं गुरु दी मत लैंदा, नहीं वो सतसंगत करदा, नहीं वो सिमरन करदा, फिर उहदा मन है जिहड़ा वो लहरां दे विच चलदा, उहदे अंदर वकार चलदे, वकारां दीयां लहरां उहदे अंदर चलदी ते उहदे अंदर फिर जिहड़ी लोभ लहर है वो बहुत ज़्यादा प्रबल हो जाती। संसार दे विच फिर ये जिन्हां दे अंदर ये लोभ लहर चल पई, लोभ वकार जिन्हां दे मन नूं लग गया, उन्हां नूं फिर जिहड़ा चंगा पुरख साडा मालक काल पुरख वो फिर उन्होंने चेते नहीं रहिंदा, उन्होंने विसर जाता, उन्होंने भुल जाता। फिर उन्होंने गुरबाणी गुरु विच महाराज कहते भी वो मनमुख मूढ़ अगियानी ने, उन्होंने दे जिहड़े भाग बहुत मंदे ने, माड़े भाग ने ऐसे जीवन से। सतगुरु फरमाउंदे लोभ वकार जिन्ना मन लागा, हर विसरिया पुरख चंगेरा, वो मनमुख मूढ़ अगियानी कहिए, तैन मस्तक भाग मंदेरा। भी वो मनमुख मूढ़ अगियानी भी उन्हां दे माड़े भाग, माड़ी किस्मत उन्हां दी।
ਕਿਉਂਕਿ ਉਹਨਾਂ ਦੇ ਅੰਦਰ ਲੋਭ ਵਕਾਰ ਜਿਹੜਾ ਇਹ ਉਹਨਾਂ ਨੂੰ ਲੱਗ ਗਿਆ। ਜਦੋਂ ਜੀਵ ਨੂੰ ਇਹ ਲੋਭ ਵਕਾਰ ਉਹਦੇ ਅੰਦਰ ਚੱਲਦਾ ਹੈ, ਇਹਨੂੰ ਹਲਕ ਕਹਿੰਦੇ, ਲਹਿਰ। ਜਿਵੇਂ ਮਹਾਰਾਜ ਕਹਿੰਦੇ ਵੀ ਸਵਾਨ ਹੁੰਦਾ ਕੁੱਤਾ ਕੁੱਕਰ, ਆਪਾਂ ਦੇਖਦੇ ਹਾਂ ਵੀ ਕਈ ਵਾਰੀ ਕੁੱਤਾ ਜਿਹੜਾ ਉਹ ਹਲਕ ਜਾਂਦਾ। ਜਦੋਂ ਹਲਕ ਜਾਂਦਾ ਉਹਦੇ ਅੰਦਰ ਉਹ ਫਿਰ ਲਹਿਰ ਚੱਲਦੀ ਹਲਕ ਦੀ, ਅਤੇ ਉਹਦੇ ਸਾਹਮਣੇ ਜਿਹੜਾ ਵੀ ਆਉਂਦਾ ਉਹਨੂੰ ਹੀ ਵੱਢਦਾ। ਉਹਨੂੰ ਆਪਣੇ ਪਰਾਏ ਦੀ ਵੀ ਪਹਿਚਾਣ ਭੁੱਲ ਜਾਂਦੀ, ਜਿਹੜਾ ਉਹਦੇ ਸਾਹਮਣੇ ਆ ਗਿਆ ਉਹਨੂੰ ਹੀ ਵੱਢ ਲੈਣਾ। ਹੁਣ ਉਹੀਓ ਹਾਲਤ ਜਿਹੜੇ ਅੰਦਰ ਲੋਭ ਲਹਿਰ ਪ੍ਰਬਲ ਹੋ ਗਈ, ਉਹ ਫਿਰ ਇਸ ਤਰ੍ਹਾਂ ਦੂਸਰੇ ਜੀਵ ਨੂੰ ਵੱਢਣਾ ਚਾਹੁੰਦਾ, ਉਹਦਾ ਹੱਕ ਮਾਰਨਾ ਚਾਹੁੰਦਾ, ਉਹਦਾ ਨੁਕਸਾਨ ਕਰਨਾ ਚਾਹੁੰਦਾ। ਮਹਾਰਾਜ ਕਹਿੰਦੇ ਫਿਰ ਉਹਦਾ ਮਨ ਇੱਕ ਥਾਂ 'ਤੇ ਟਿਕ ਨਹੀਂ ਸਕਦਾ। ਵੀ ਜਿਵੇਂ ਉਹ ਕੁੱਕਰ ਹਲਕ ਜਾਂਦਾ, ਉਹਦੇ ਅੰਦਰ ਲਹਿਰ ਚੱਲਦੀ, ਉਹ ਫਿਰ ਖੜਦਾ ਨਹੀਂ ਇੱਕ ਥਾਂ 'ਤੇ, ਰੁਕਦਾ ਨਹੀਂ, ਉਹ ਭੱਜਿਆ ਹੀ ਫਿਰਦਾ। ਉਹੀਓ ਹਾਲਤ ਫਿਰ ਇਹ ਮਨਮੁਖ ਦੀ ਦੱਸਦੀ। ਮਹਾਰਾਜ ਫਰਮਾਉਂਦੇ, ਜਿਉਂ ਕੁੱਕਰ ਹਲਕਾਇਆ ਧਾਵੇ, ਦਹਿ ਦੇ ਸਜਾਏ, ਲੋਭੀ ਜੰਤ ਨ ਜਾਣੀ, ਭਖ ਅਭਖ ਸਭ ਖਾਏ। ਵੀ ਜਿਹੜਾ ਲੋਭੀ ਜੀਵ ਹੈ ਉਹਨੂੰ ਸਿਰਫ ਆਪਦਾ ਲੋਭ ਹੈ ਵੀ ਕਿਵੇਂ ਮੈਂ ਵੱਧ ਤੋਂ ਵੱਧ ਧਨ ਇਕੱਠਾ ਕਰ ਲਵਾਂ ਸੰਸਾਰ ਦਾ। ਉਹਦੇ ਵਾਸਤੇ ਉਹਨੂੰ ਕੁਛ ਵੀ ਕਰਨਾ ਪਵੇ, ਦੂਸਰੇ ਦਾ ਜਿੰਨਾ ਮਰਜ਼ੀ ਨੁਕਸਾਨ ਹੋ ਜੇ, ਜਿੰਨਾ ਮਰਜ਼ੀ ਉਹਦੇ ਸਰੀਰ ਨੂੰ ਖਰਾਬ ਹੋ ਜੇ ਦੂਸਰੇ ਦਾ, ਉਹਨੂੰ ਉਹਦੀ ਕੋਈ ਪਰਵਾਹ ਨਹੀਂ, ਕਿਉਂਕਿ ਉਹਦੇ ਅੰਦਰ ਉਹ ਲੋਭ ਜਿਹੜੀ ਲਹਿਰ ਉਹ ਪ੍ਰਬਲ ਹੋਈ ਹੋਈ। ਹੌੜੇ ਲੋਭ ਲਹਿਰ ਪ੍ਰਬਲ ਹੋਣ ਕਰਕੇ ਹੀ ਆਪਾਂ ਸੰਸਾਰ ਦੇ ਵਿੱਚ ਦੇਖਦੇ ਹਾਂ ਜੀਵਾਂ ਦੀ ਹਾਲਤ, ਜੋ ਸਾਨੂੰ ਗੁਰਬਾਣੀ ਗੁਰੂ ਜੀ ਸਮਝਾਇਆ ਵੀ ਉਹ ਜਦੋਂ ਆਪਾਂ ਅੱਖੀਂ ਦੇਖਦੇ ਹਾਂ ਫਿਰ ਆਪਾਂ ਨੂੰ ਪਤਾ ਲੱਗਦਾ। ਜਿਵੇਂ ਹੁਣ ਆਪਾਂ ਦੇਖਦੇ ਹਾਂ ਵੀ ਆ ਬਿਮਾਰੀ ਚੱਲੀ ਹੈ ਪਸ਼ੂਆਂ ਨੂੰ, ਗਾਈਆਂ ਨੂੰ। ਹੁਣ ਜਿਨ੍ਹਾਂ ਦੇ ਅੰਦਰ ਲੋਭ ਲਹਿਰ ਆ ਉਹਨਾਂ ਨੇ ਕੀ ਕਰਨਾ, ਉਹਨਾਂ ਨੇ ਕਹਿਣਾ ਵੀ ਇਹ ਗਾਈਆਂ ਨੂੰ ਚੋਵੋ ਅਤੇ ਆਪਦੇ ਘਰੇ ਨਾ ਵਰਤੋਂ ਨੂੰ ਡੈਰੀ ਪਾਇਓ। ਵੀ ਉਹ ਕੀ ਹੈ, ਉਹ ਲੋਭ ਹੈ। ਹੁਣ ਜੇ ਜੀਵ ਨੂੰ ਇੰਨਾ ਕੁ ਵੀ ਗਿਆਨ ਹੋਵੇ, ਸੋਝੀ ਹੋਵੇ ਵੀ ਇਹ ਛਕਣਾ ਤਾਂ ਪਰਮਾਤਮਾ ਦਾ ਜਿਹੜਾ ਰੂਪ ਸਰਗਣ ਉਹ ਨਹੀਂ ਪੀਣਾ, ਬਈ ਜੇ ਮੈਂ ਘਰੇ ਨਹੀਂ ਵਰਤਾਂਗਾ ਕਿਸੇ ਹੋਰ ਨੇ ਤਾਂ ਛਕਣਾ ਤਾਂ ਹੈਗਾ ਹੀ, ਕੋਈ ਹੋਰ ਪੀਏਗਾ ਉਹਨੂੰ, ਅਤੇ ਜਿਹੜਾ ਪੀਏਗਾ ਉਹਨੂੰ ਬਿਮਾਰ ਹੋਏਗਾ, ਉਹਦੇ ਸਰੀਰ ਦਾ ਨੁਕਸਾਨ ਹੋਏਗਾ। ਪਰ ਨਹੀਂ, ਉਹਦੇ ਅੰਦਰ ਲੋਭ ਲਹਿਰ ਹੋਣ ਕਰਕੇ ਉਹਦੀ ਸੋਚ ਜਿਹੜੀ ਇੰਨੀ ਜਾਂਦੀ ਹੋਈ ਨਹੀਂ ਵੀ ਉਹਦੇ ਅੰਦਰ ਦਇਆ ਨਹੀਂ ਹੈ, ਉਹਨੂੰ ਸਿਰਫ ਆਪਦਾ ਲੋਭ ਹੈ, ਉਹਨੂੰ ਸਿਰਫ ਆਪਦਾ ਲਾਲਚ। ਹੁਣ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਵੀ ਇਹ ਜਿਹੜਾ ਸਰੀਰ ਹੈ ਹਰੀ ਦਾ ਮੰਦਰ ਹੈ, ਪਰ ਇਹ ਭੇਦ ਸਾਨੂੰ ਉਦੋਂ ਖੁੱਲ੍ਹਦਾ ਜਦੋਂ ਅਸੀਂ ਗਿਆਨ ਲੈਂਦੇ ਹਾਂ, ਗੁਰੂ ਦੀ ਮੱਤ ਲੈਂਦੇ। ਮਹਾਰਾਜ ਫਰਮਾਉਂਦੇ, ਹਰ ਮੰਦਰ ਇਹੋ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਈ। ਬਈ ਜੇ ਤਾਂ ਸਾਨੂੰ ਗਿਆਨ ਹੈ, ਸੋਝੀਏ, ਫਿਰ ਤਾਂ ਪਤਾ ਵੀ ਹਰੀ ਦਾ ਮੰਦਰ ਹੈ। ਅਤੇ ਜਦੋਂ ਪਤਾ ਵੀ ਹਰੀ ਦਾ ਮੰਦਰ ਹੈ, ਅਤੇ ਹਰੀ ਦੇ ਮੰਦਰ ਦੇ ਵਿੱਚ ਅਸੀਂ ਐਸੀ ਚੀਜ਼ ਨਹੀਂ ਪਾਵਾਂਗੇ ਵੀ ਜਿਹਦਾ ਸਾਨੂੰ ਪਤਾ ਹੈ ਵੀ ਇਹਦਾ ਨੁਕਸਾਨ ਹੋਣਾ, ਇਹ ਮਾੜੀ ਚੀਜ਼ ਹੈ ਸਾਡੇ ਸਰੀਰ ਵਾਸਤੇ, ਫੇਰ ਨਹੀਂ ਇਹਦੇ ਵਿੱਚ ਪਾਵਾਂਗੇ। ਪਰ ਜਦੋਂ ਜੀਵ ਦੇ ਅੰਦਰ ਲੋਭ ਲਹਿਰ, ਫੇਰ ਨਹੀਂ ਉਹ ਸਮਝਦਾ ਵੀ ਇਹ ਹਰੀ ਦਾ ਮੰਦਰ ਹੈ, ਫਿਰ ਉਹਨੂੰ ਸਿਰਫ ਆਪਦਾ ਲੋਭ ਤੱਕ। ਫਿਰ ਆਪਾਂ ਦੇਖਦੇ ਹਾਂ ਵੀ ਸੰਸਾਰ ਦੇ ਵਿੱਚ ਖਾਣ ਪੀਣ ਵਾਲੀਆਂ ਵੀ ਜਿਹੜੀਆਂ ਚੀਜ਼ਾਂ ਵੀ ਉਹਨਾਂ ਦਾ ਵੀ ਜੀਵ ਕਿਵੇਂ ਫਿਰ ਆਪਦੇ ਲੋਭ ਦੀ ਖਾਤਰ, ਸਬਜ਼ੀਆਂ ਹੋ ਗਈਆਂ ਉਹਨਾਂ ਨੂੰ ਆਪਾਂ ਦੇਖਦੇ ਕਿਵੇਂ ਟੀਕੇ ਲਾਉਂਦੇ ਵੀ ਤਾਂ ਕਿ ਛੇਤੀ ਪੱਕ ਜਾਣ, ਉਹ ਕਿਉਂ ਲੋਭ ਹੈ, ਲਹਿਰ। ਹੁਣ ਜਿਹੜੇ ਜੀਵ ਇਸ ਤਰ੍ਹਾਂ ਕਰਦੇ ਉਹ ਆਖਣ ਵੀ ਉਹਨਾਂ ਨੂੰ ਪਰਮਾਤਮਾ ਚੇਤੇ ਆ ਜੂ, ਅਤੇ ਉਹਨਾਂ ਨੂੰ ਕਿੱਥੋਂ ਪਰਮਾਤਮਾ ਚੇਤੇ ਆਉਣ। ਜੇ ਉਹ ਐਸੇ ਜੀਵ ਆਖਣ ਬਈ ਸਾਡੇ ਮਨ ਨੂੰ ਸ਼ਾਂਤੀ ਆ ਜੂ, ਅਤੇ ਉਹਨਾਂ ਨੂੰ ਸ਼ਾਂਤੀ ਕਿੱਥੋਂ ਆਉਣੀ।
ਹੁਣ ਇਹੋ ਕਾਰਨ ਹੈ ਵੀ ਲੋਭ ਲਹਿਰ ਹੋਣ ਕਰਕੇ ਬਈ ਜੀਵ ਦੂਸਰੇ ਦਾ ਜੋ ਮਰਜ਼ੀ ਨੁਕਸਾਨ ਹੋ ਜੇ ਉਹਨੂੰ ਨਹੀਂ ਇਹਦੇ ਤੱਕ, ਉਹਨੂੰ ਸਿਰਫ ਆਪਦੇ ਤੱਕ ਵੀ ਕਿਵੇਂ ਨਾ ਕਿਵੇਂ ਵੀ ਮੈਂ ਜਿਹੜਾ ਆਪਦਾ ਇਹ ਧਨ ਵੱਧ ਤੋਂ ਵੱਧ ਇਕੱਠਾ ਕਰ ਲਾਂ, ਵੱਧ ਤੋਂ ਵੱਧ ਮੈਨੂੰ ਪੈਸਾ ਚਾਹੀਦਾ। ਹੁਣ ਗੁਰਮਤਿ ਦੇ ਵਿੱਚ ਆਪਾਂ ਨੂੰ ਸਤਿਗੁਰੂ ਸਮਝਾਉਂਦੇ ਬਈ ਜੇ ਹੁਣ ਅਸੀਂ ਗੁਰੂ ਦੀ ਮੱਤ ਲਵਾਂਗੇ, ਅਸੀਂ ਧਰਮੀ ਹੋਵਾਂਗੇ, ਤੇ ਧਰਮ ਦੇ ਗੁਣ ਨੇ ਦਇਆ, ਨਰਮਤਾਈ, ਸਹਿਣਸ਼ੀਲਤਾ, ਸਬਰ, ਸੰਤੋਖ, ਜਤ, ਸਤ। ਜੇ ਤਾਂ ਅਸੀਂ ਧਰਮੀ ਹਾਂ ਫਿਰ ਤਾਂ ਸਾਡੇ ਅੰਦਰ ਇਹ ਗੁਣ ਹੋਣਗੇ, ਸਾਡੇ ਅੰਦਰ ਦਇਆ ਹੋਏਗੀ ਦੂਸਰੇ ਜੀਵਾਂ ਵਾਸਤੇ ਵੀ, ਵੀ ਤਾਂ ਕਿ ਛਕਣਾ ਤਾਂ ਜੀਵਾ ਨਹੀਂ ਹੈ। ਵੀ ਜੇ ਅਸੀਂ ਉਹਨੂੰ ਇਸ ਤਰ੍ਹਾਂ ਗਲਤ ਤਰੀਕੇ ਨਾਲ ਤਿਆਰ ਕਰਾਂਗੇ ਤੇ ਉਹ ਛਕਣਾ ਤਾਂ ਪਰਮਾਤਮਾ ਦਾ ਜਿਹੜਾ ਸਰਗਨ ਰੂਪ ਆ ਉਹ ਨਹੀਂ। ਜਿਹਨੂੰ ਗਿਆਨ, ਜਿਹਨੂੰ ਸੋਝੀ, ਉਹ ਇੱਦਾਂ ਦਾ ਕੰਮ ਕਰੇਗਾ ਹੀ ਨਹੀਂ। ਹੁਣ ਸੰਸਾਰ ਦੇ ਵਿੱਚ ਆਪਾਂ ਕਹਿੰਦੇ ਹਾਂ ਵੀ ਅਮਨ ਹੋਵੇ, ਸ਼ਾਂਤੀ ਹੋਵੇ ਤੇ ਚੰਗਿਆਈ ਹੋਵੇ। ਹੁਣ ਗੁਰੂ ਦੀ ਮੱਤ ਤੋਂ ਬਿਨਾਂ, ਸਤ ਸੰਗਤ ਤੋਂ ਬਿਨਾਂ ਜੀਵ ਦੇ ਅੰਦਰ ਕਿਵੇਂ ਬਦਲਾਅ ਆਏਗਾ? ਤੁਸੀਂ ਕਿਸੇ ਨੂੰ ਕਿਵੇਂ ਬਦਲੋਗੇ? ਹੁਣ ਜਿਹਦੇ ਅੰਦਰ ਲੋਭ ਲਹਿਰ ਪ੍ਰਬਲ ਹੈ, ਤੁਸੀਂ ਉਹਨੂੰ ਕਿਵੇਂ ਬਦਲੋਗੇ? ਉਹਨੂੰ ਬਦਲਣ ਵਾਸਤੇ ਤਰੀਕਾ ਕੀ? ਕਾਹਦੇ ਨਾਲ ਬਦਲੋਗੇ ਉਹਨੂੰ? ਸਿਰਫ ਉਹਨੂੰ ਬਦਲਣ ਵਾਸਤੇ ਇੱਕ ਸਤ ਸੰਗਤ, ਸਿਮਰਨ ਹੈ, ਗੁਰੂ ਦੀ ਮੱਤ ਹੈ। ਜੇ ਉਹ ਸਿਮਰਨ ਕਰੇਗਾ, ਸਤ ਸੰਗਤ ਕਰੇਗਾ, ਤੇ ਫਿਰ ਉਹਦੇ ਅੰਦਰ ਜਿਹੜੀ ਲੋਭ ਲਹਿਰ ਚੱਲ ਰਹੀ, ਜਿਹੜਾ ਉਹਨੂੰ ਵਕਾਰ ਲੱਗੇ ਹੈ, ਫਿਰ ਉਹ ਲਹਿਰ ਤੋਂ ਉੱਪਰ ਉੱਠੇਗਾ ਤੇ ਫਿਰ ਉਹਦੇ ਅੰਦਰ ਦਇਆ, ਨਰਮਤਾਈ, ਸਹਿਣਸ਼ੀਲਤਾ, ਸਬਰ, ਸੰਤੋਖ ਹੋਣਗੇ। ਫਿਰ ਉਹ ਐਸਾ ਕਰਮ ਨਹੀਂ ਕਰੇਗਾ। ਉਹਨੂੰ ਪਤਾ ਵੀ ਇਹ ਹਰੀ ਦਾ ਮੰਦਰ ਸਰੀਰ ਹੈ ਜਿਹੜਾ, ਇਹਨੂੰ ਹਰਮੰਦਰ ਕਹਿੰਦੇ। ਹੁਣ ਹਰਮੰਦਰ ਦੇ ਵਿੱਚ ਫਿਰ ਉਹ ਐਸੀ ਚੀਜ਼ ਪਾਈ ਗਈ, ਉਹਨੂੰ ਪਤਾ ਵੀ ਮੇਰਾ ਸਰੀਰ ਵੀ ਹਰੀ ਦਾ ਮੰਦਰ ਹੈ ਤੇ ਸਾਰਿਆਂ ਦਾ ਹੀ ਸਰੀਰ ਹਰੀ ਦਾ ਮੰਦਰ। ਫਿਰ ਉਹਦੇ ਅੰਦਰ ਦਇਆ ਹੋਏਗੀ ਤੇ ਫਿਰ ਉਹ ਪਰਉਪਕਾਰ ਕਰੇ। ਨਹੀਂ ਤਾਂ ਫਿਰ ਜਿਹੜਾ ਮਨਮੁਖ, ਜਿਹੜਾ ਆਪਦੀ ਮੱਤ ਦੁਆਰਾ ਚੱਲਦਾ, ਫਿਰ ਉਹ ਕਹਿੰਦਾ ਵੀ ਇਹ ਹੋ ਹੀ ਨਹੀਂ ਸਕਦਾ ਵੀ ਇਹ ਹਰੀ ਦਾ ਮੰਦਰ ਹੋਵੇ, ਇਹ ਪਰਮਾਤਮਾ ਦਾ ਰੂਪ ਹੋਵੇ, ਉਹ ਨਹੀਂ ਮੰਨਦਾ। ਮਹਾਰਾਜ ਕਹਿੰਦੇ ਮਨਮੁਖ ਮੂਲ ਨਾ ਜਾਣਨੀ, ਮਾਨਸ ਹਰਮੰਦਰ ਨਾ ਹੋਈ। ਬਈ ਮਨਮੁਖ ਆਪਦੇ ਮੂਲ ਨੂੰ ਭੁੱਲਿਆ ਹੋਇਆ, ਉਹ ਕਹਿੰਦਾ ਹੋ ਹੀ ਨਹੀਂ ਸਕਦਾ ਵੀ ਇਹ ਪਰਮਾਤਮਾ ਦਾ ਰੂਪ ਹੈ, ਹਰੀ ਦਾ ਮੰਦਰ ਹੈ, ਉਹ ਨਹੀਂ ਮੰਨਦਾ। ਉਹਦੇ ਅੰਦਰ ਦਾ ਲੋਭ ਲਹਿਰ ਇੰਨੀ ਪ੍ਰਬਲ ਹੈ ਵੀ ਜਿੰਨਾ ਮਰਜ਼ੀ ਦੂਸਰੇ ਦਾ ਨੁਕਸਾਨ ਹੋਈ ਜਾਵੇ, ਜੋ ਮਰਜ਼ੀ ਹੋਈ ਜਾਵੇ, ਉਹਨੂੰ ਸਿਰਫ ਆਪਦੇ ਤੱਕ। ਤਾਂ ਮਹਾਰਾਜ ਇਸ ਅਵਸਥਾ 'ਚ ਕਹਿੰਦੇ ਵੀ ਲੋਭੀ ਜੀਵ ਜਿਹੜਾ ਕੁੱਤੇ ਦੇ ਨਿਆਈ, ਉਹ ਵੀ ਜਿਹੜਾ ਹਲਕਿਆ ਹੋਇਆ, ਵੀ ਹਲਕਿਆ ਕੂਕਰ ਜਿਵੇਂ ਭੱਜਦਾ ਦੌੜਦਾ ਤੇ ਜਿਹੜਾ ਉਹਦੇ ਸਾਹਮਣੇ ਆਉਂਦਾ ਉਹਦੇ ਦੰਦ ਮਾਰਦਾ, ਉਹੀ ਹਾਲਤ ਹੈ ਲੋਭੀ ਜੀਵ ਦੀ। ਭੱਖ ਉਹਨੇ ਸਾਰਾ ਖਾਈ ਜਾਣ, ਉਹਦੇ ਅੰਦਰ ਦਇਆ ਨਹੀਂ ਹੈ, ਉਹਨੂੰ ਆਪਣੇ ਪਰਾਈ ਦੀ ਵੀ ਕੋਈ ਪਹਿਚਾਣ ਨਹੀਂ ਹੈ। ਸੋ ਇਸ ਅਵਸਥਾ 'ਚ ਫਿਰ ਮਹਾਰਾਜ ਕਹਿੰਦੇ ਵੀ ਜਿਨ੍ਹਾਂ ਦੇ ਅੰਦਰ ਇਹ ਲੋਭ ਵਿਕਾਰ ਲੱਗ ਗਏ, ਉਹਨਾਂ ਨੂੰ ਜਿਹੜਾ ਪੁਰਖ ਚੰਗੇਰਾ ਮਾਲਕ ਉਹ ਫਿਰ ਚੇਤੇ ਨਹੀਂ ਆਉਂਦਾ, ਉਹਨਾਂ ਨੂੰ ਯਾਦ ਨਹੀਂ ਆਉਂਦਾ। ਤਾਂ ਮਹਾਰਾਜ ਕਹਿੰਦੇ ਲੋਭ ਵਿਕਾਰ ਜਿੰਨਾ ਮਨ ਲਾਗਾ, ਹਰ ਵਿਸਰਿਆ ਪੁਰਖ ਚੰਗੇਰਾ। ਉਹ ਇਹ ਮਨਮੁਖ ਮੂੜ ਅਗਿਆਨੀ ਕਹੀਏ, ਤੈਨ ਮਸਤਕ ਭਾਗ ਮੰਦੇਰਾ। ਮਹਾਰਾਜ ਕਹਿੰਦੇ ਐਡੇ ਮਨਮੁਖ ਨੇ, ਮੂੜ ਅਗਿਆਨੀ ਨੇ, ਕਿੰਨੇ ਮਾੜੇ ਭਾਗ ਨੇ ਉਹਨਾਂ 'ਚ ਵੀ ਜਿਸ ਮਾਇਆ ਨੂੰ ਇਕੱਠੀ ਕਰਨ ਖਾਤਰ ਉਹ ਇਹ ਕਰਮ ਕਰਦੇ, ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਸਾਡੇ ਨਾਲ ਨਹੀਂ ਜਾਣ, ਵੀ ਇਹ ਸੰਸਾਰ ਦੇ ਵਿੱਚ ਅਸੀਂ ਕਿੰਨਾ ਵੀ ਇਕੱਠਾ ਕਰ ਲਈਏ, ਇਹਨੂੰ ਕਿਹੜਾ ਅਸੀਂ ਨਾਲ ਲੈ ਜਾਣਾ, ਇੱਥੇ ਦਾ ਇੱਥੇ ਹੀ ਧਰ ਕੇ ਚਲੇ ਜਾਣਾ ਅੱਗੇ। ਤਾਂ ਮਹਾਰਾਜ ਕਹਿੰਦੇ ਵੀ ਇੱਥੇ ਮਾਇਆ ਦਾ ਪਤੀ ਬਣਿਆ ਹੋਇਆ,
ਜਿਵੇਂ ਸੰਸਾਰ 'ਚ ਆਪਾਂ ਦੇਖਦੇ ਕਹਿੰਦੇ ਵੀ ਇਹ ਲੱਖਪਤੀ ਹੈ, ਕਰੋੜਪਤੀ ਹੈ, ਅਰਬਾਂ ਖਰਬਾਂ ਪਤੀ ਹੈ ਜੀ। ਹੁਣ ਇਹ ਮਾਇਆ ਦਾ ਪਤੀ ਬਣਿਆ ਹੋਇਆ, ਅਤੇ ਜਦੋਂ ਇਹ ਪਤੀ ਮਰ ਜਾਂਦਾ ਇਹਨੂੰ ਮਾਇਆ ਰੋਂਦੀ ਨਹੀਂ, ਕਿਉਂਕਿ ਮਾਇਆ ਦੇ ਪਤੀ ਹੋਰ ਬਹੁਤ ਨੇ। ਇੱਕ ਮਰਿਆ ਤੇ ਉਹ ਦੂਸਰੇ ਨੂੰ ਸਾਂਭਣ ਵਾਲੇ ਹੋਰ ਬਥੇਰੇ ਆ ਜਾਂਦੇ। ਮਹਾਰਾਜ ਜੀ ਇਸ ਲਈ ਫਰਮਾਉਂਦੇ, ਕਹਿੰਦੇ ਖਾਸਮ ਮਰੇ ਤਾਂ ਨਾਰ ਨਾ ਰੋਵੇ, ਉਸ ਰਖਵਾਲਾ ਔਰੇ ਹੋਵੇ। ਵੀ ਇਹ ਜਦੋਂ ਪਤੀ ਮਰ ਜਾਂਦਾ ਇਹਦਾ ਮਾਇਆ ਦਾ, ਤੇ ਇਹਨੂੰ ਰੋਂਦੀ ਨਹੀਂ ਮਾਇਆ, ਕਿਉਂਕਿ ਇਹਦੇ ਰਖਵਾਲੇ ਹੋਰ ਨੇ। ਉਹ ਹੋਰ ਉੱਠ ਕੇ ਖੜੇ ਹੋ ਜਾਂਦੇ ਵੀ ਹੁਣ ਅਸੀਂ ਸਾਂਭ ਲੈਂਦੇ। ਸੋ ਤਾਂ ਮਹਾਰਾਜ ਸਾਨੂੰ ਸਮਝਾਉਂਦੇ ਵੀ ਇਹ ਜਿਹੜਾ ਲੋਭ ਵਕਾਰ ਹੈ, ਲਹਿਰ, ਵੀ ਜਿਨ੍ਹਾਂ ਦੇ ਅੰਦਰ ਚੱਲ ਪਈ, ਉਹਨਾਂ ਨੂੰ ਫਿਰ ਮਾਲਕ ਜਿਹੜਾ ਉਹ ਚੇਤੇ ਨਹੀਂ ਆਉਂਦਾ, ਉਹ ਫਿਰ ਜੀਵਨ ਦਾ ਲਾਹਾ ਨਹੀਂ ਖੱਟ ਸਕਦੇ। ਹੁਣ ਆਪਾਂ ਨੂੰ ਫਿਰ ਇਸ ਵਾਸਤੇ ਸਮਝਾਉਂਦੇ ਗੁਰਮਤਿ ਦੇ ਵਿੱਚ ਬਈ ਇਹ ਜਿਹੜਾ ਖੇਲ ਹੈ ਇਹ ਪਿਆਰ ਦਾ ਖੇਲ ਹੈ, ਮਾਲਕ ਦਾ ਸਰਗਨ ਰੂਪ ਹੈ। ਪਰਮਾਤਮਾ ਦੇ ਦੋ ਹੀ ਰੂਪ ਨੇ, ਤੀਜਾ ਤਾਂ ਉਹਦਾ ਹੋਰ ਕੋਈ ਰੂਪ ਹੈ ਹੀ ਨਹੀਂ। ਇੱਕ ਰੂਪ ਹੈ ਮਾਲਕ ਦਾ ਨਿਰਗੁਣ ਅਤੇ ਦੂਸਰਾ ਹੈ ਸਰਗੁਣ। ਆਪਣੇ ਰਹਿਣ ਵਾਸਤੇ ਮਾਲਕ ਨੇ ਘਰ ਬਣਾਏ। ਸਤਿਗੁਰੂ ਸਮਝਾਉਂਦੇ ਆਪਾਂ ਨੂੰ, ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਨ ਕੀਆ ਨਾਨਕ ਆਪੇ ਹੀ ਫਿਰ ਜਾਪ। ਜੇ ਹੁਣ ਆਪਾਂ ਨੂੰ ਇਹ ਭੇਦ ਆ, ਜੇ ਸਾਡਾ ਮਨ ਮੰਨ ਲਵੇ ਵੀ ਇਹ ਮਾਲਕ ਦਾ ਸਰਗਨ ਰੂਪ, ਹੁਣ ਸਰਗਨ ਰੂਪ ਨੂੰ ਆਪਾਂ ਵਿੱਖ ਥੋੜ੍ਹੀ ਦੇਵਾਂਗੇ, ਜ਼ਹਿਰ ਥੋੜ੍ਹੀ ਦੇਵਾਂਗੇ। ਆਪਾਂ ਨੂੰ ਪਤਾ ਹੋਵੇ ਵੀ ਇਹ ਚੀਜ਼ ਜਿਹੜੀ ਇਹਦੇ ਵਿੱਚ ਜ਼ਹਿਰ, ਇਹਦੇ ਵਿੱਚ ਵਿੱਖ ਮਿਲੀ ਹੋਈ ਹੈ, ਆਪਾਂ ਉਹ ਥੋੜ੍ਹੀ ਉਹਨਾਂ ਨੂੰ ਦੇਵਾਂਗੇ। ਸੋ ਜਦੋਂ ਜੀਵ ਦੇ ਅੰਦਰ ਲੋਭ ਹੈ, ਲਹਿਰ ਹੈ, ਉਦੋਂ ਫਿਰ ਉਹ ਵਿੱਖ ਦਿੰਦਾ, ਉਦੋਂ ਫਿਰ ਉਹ ਜ਼ਹਿਰ ਦਿੰਦਾ, ਆਪਦੇ ਲੋਭ ਦੀ ਖਾਤਰ, ਆਪਦੇ ਲਾਲਚ ਦੀ ਖਾਤਰ। ਸੋ ਤਾਂ ਮਹਾਰਾਜ ਹੁਣ ਸਮਝਾਉਂਦੇ ਆਪਾਂ ਨੂੰ ਵੀ ਸੰਸਾਰ ਦੇ ਵਿੱਚ ਜੇ ਹੁਣ ਜੀਵ ਨਹੀਂ ਸਤ ਸੰਗਤ ਕਰਨਗੇ, ਨਹੀਂ ਸਿਮਰਨ ਕਰਨਗੇ, ਇਹ ਲਹਿਰਾਂ ਹੋਰ ਵੱਧਦੀਆਂ ਜਾਣਗੀਆਂ, ਘਟਣੀਆਂ ਨਹੀਂ। ਇਹ ਲੋਭ ਹੋਰ ਵੱਧਦਾ ਜਾਏਗਾ ਜੀਵਾਂ ਦੇ ਅੰਦਰ, ਜੀਵ ਹੋਰ ਵਕਾਰੀ ਹੁੰਦੇ ਜਾਣਗੇ। ਹੋਰ ਅੱਗੇ ਦੀ ਅੱਗੇ ਜਿਉਂ-ਜਿਉਂ ਵਿਗਿਆਨ ਤਰੱਕੀ ਕਰੀ ਜਾਏਗਾ, ਤਿਉਂ-ਤਿਉਂ ਜੀਵ ਹੋਰ ਨਾਸਤਕ, ਹੋਰ ਮਨਮੁਖ ਹੁੰਦੇ ਜਾਣਗੇ। ਸੋ ਇਸ ਵਾਸਤੇ ਫਿਰ ਆਪਾਂ ਨੂੰ ਗੁਰੂ ਨਾਨਕ ਦੇ ਘਰ ਨੇ ਜਿਹੜੀ ਭਵਿੱਖਬਾਣੀ ਕੀਤੀ ਵੀ ਕਲਯੁਗ ਦੇ ਵਿੱਚ ਜਿੱਥੇ ਇੱਦਾਂ ਦਾ ਸਮਾਂ ਆਏਗਾ ਵੀ ਜੀਵ ਇੰਨੇ ਲੋਭੀ ਹੋ ਜਾਣਗੇ, ਵਕਾਰੀ ਹੋ ਜਾਣਗੇ, ਉੱਥੇ ਨਾਲ ਨਾਲ ਮਹਾਰਾਜ ਕਹਿੰਦੇ ਕਲਯੁਗ ਦੇ ਸਮੇਂ 'ਚ ਨਾਮ ਵੀ ਪ੍ਰਗਟ ਹੋਏਗਾ। ਵੀ ਜਿਹੜਾ ਨਾਮ ਪਿਛਲੇ ਯੁੱਗਾਂ ਦੇ ਵਿੱਚ ਗੁਪਤ ਰਿਹਾ, ਕਲਯੁਗ ਦੇ ਵਿੱਚ ਗੁਰੂ ਨਾਨਕ ਦੇ ਘਰ ਨੇ ਇਹਨੂੰ ਪ੍ਰਗਟ ਕੀਤਾ। ਵੀ ਜਿਹੜੇ ਗੁਰੂ ਦੀ ਸ਼ਰਨ 'ਚ ਆ ਜਾਣਗੇ, ਜਿਹੜੇ ਸਤਸੰਗ 'ਚ ਆ ਜਾਣਗੇ, ਉਹਨਾਂ ਦੇ ਅੰਦਰ ਇਹ ਜਿਹੜਾ ਨਾਮ ਗੁਪਤ ਹੈ, ਜਿਹੜਾ ਖਜ਼ਾਨਾ ਨਿਧਾਨ, ਉਹ ਨਿਧਾਨ ਦੀ ਪ੍ਰਾਪਤੀ ਕਰ ਲੈਣਗੇ, ਖਜ਼ਾਨੇ ਦੀ ਪ੍ਰਾਪਤੀ ਕਰ ਲੈਣਗੇ, ਅਤੇ ਉਹਨਾਂ ਦੇ ਮਨ ਦੀ ਤ੍ਰਿਪਤੀ ਹੋ ਜਾਏਗੀ, ਉਹਨਾਂ ਦੇ ਮਨ ਨੂੰ ਕੋਈ ਭੁੱਖ ਨਹੀਂ ਰਹਿਣੀ। ਮਹਾਰਾਜ ਤਾਈਓ ਫਰਮਾਉਂਦੇ, ਗੁਪਤਾ ਨਾਮ ਵਰਤੇ ਵਿੱਚ ਕਲਯੁਗ, ਘੜ ਘੜ ਹਰ ਭਰਪੂਰ ਰਿਹਾ, ਨਾਮ ਰਤਨ ਤੇ ਨਾ ਹਿਰਦੇ ਪ੍ਰਗਟਿਆ, ਜੋ ਗੁਰ ਸ਼ਰਨਾਈ ਭਜ ਪਿਆ। ਜਿਹੜੇ ਤਾਂ ਗੁਰੂ ਦੀ ਸ਼ਰਨ 'ਚ ਆ ਜਾਣਗੇ, ਉਹਨਾਂ ਵਾਸਤੇ ਤਾਂ ਇਹ ਕਲਯੁਗ ਹੈ ਜਿਹੜਾ ਇਹ ਸਭ ਤੋਂ ਉੱਤਮ ਹੈ, ਸਭ ਤੋਂ ਸ੍ਰੇਸ਼ਟ ਹੈ, ਸਭ ਤੋਂ ਚੰਗਾ ਹੈ। ਜੇ ਅਸੀਂ ਗੁਰੂ ਦੀ ਸ਼ਰਨ 'ਚ ਆ ਕੇ ਗੁਰੂ ਦੀ ਮੱਤ ਲੈ ਲਈ, ਫਿਰ ਤਾਂ ਗੁਰੂ ਸਾਹਿਬ ਨੇ ਕਲਯੁਗ ਦੀ ਬਹੁਤ ਮਹਿਮਾ ਕੀਤੀ, ਵਡਿਆਈ ਕੀਤੀ। ਜਿਵੇਂ ਹੁਣ ਸੰਸਾਰ 'ਚ ਤਾਂ ਜੀਵ ਕਹਿ ਦਿੰਦਾ ਵੀ ਕਲਯੁਗ ਹੈ ਜੀ, ਕਿੰਨਾ ਮਾੜਾ ਸਮਾਂ ਹੈ। ਇਹ ਮਾੜਾ ਸਮਾਂ ਉਹਨਾਂ ਵਾਸਤੇ ਜਿਹੜੇ ਨਹੀਂ ਸੰਗਤ ਕਰਦੇ, ਨਹੀਂ ਸਿਮਰਨ ਕਰਦੇ, ਜਿਹੜੇ ਨਹੀਂ ਗੁਰੂ ਦਾ ਬਚਨ ਮੰਨਦੇ, ਉਹਨਾਂ ਵਾਸਤੇ ਸਮਾਂ ਬਹੁਤ ਭਿਆਨਕ ਹੈ, ਅਤੇ ਅੱਗੇ ਹੋਰ ਇਹਦੋਂ ਵੀ ਭਿਆਨਕ ਆਏਗਾ। ਜਿਹੜੇ ਗੁਰੂ ਦੀ ਸ਼ਰਨ 'ਚ ਆ ਗਏ, ਜਿਹੜੇ ਮਾਲਕ ਦੀ ਕੀਰਤੀ ਕਰਦੇ, ਮਾਲਕ ਦੇ ਗੁਣ ਗਾਉਂਦੇ, ਉਹਨਾਂ ਨੇ ਫਿਰ ਆਖਿਆ ਵੀ ਕਲਯੁਗ ਤੂੰ ਧੰਨ ਹੈ।
ਵੀ ਜਿਹਦੇ ਵਿੱਚ ਅਸੀਂ ਮਾਲਕ ਦੀ ਕੀਰਤੀ ਕਰਦੇ ਹਾਂ, ਬੈਠ ਕੇ ਉਹਦੇ ਗੁਣ ਗਾਉਂਦੇ। ਧੰਨ ਸੋ ਕਲ ਯੁਗ ਜਿਤ ਕੀਰਤਨ ਗਾਈਏ। ਵੀ ਇਹ ਸਾਰੇ ਯੁੱਗਾਂ ਦੇ ਨਾਲੋਂ ਉੱਤਮ ਹੈ। ਜਿਵੇਂ ਹੁਣ ਆਪਣੇ ਵਾਸਤੇ ਆਪਾਂ ਕਹਿ ਸਕਦੇ ਵੀ ਸਾਡੇ ਵਾਸਤੇ ਸਾਰਿਆਂ ਯੁੱਗਾਂ ਤੋਂ ਉੱਤਮ ਹੈ, ਕਿਉਂਕਿ ਇਸ ਯੁੱਗ ਦੇ ਵਿੱਚ ਆਪਾਂ ਨੂੰ ਸਤ ਸੰਗਤ ਮਿਲੀ, ਆਪਾਂ ਨੂੰ ਸੰਗ ਹੋਇਆ ਸਾਧੂਆਂ ਦਾ, ਗੁਰਮੁਖਾਂ ਦਾ। ਆਪਣੇ ਵਾਸਤੇ ਸਭ ਤੋਂ ਉੱਤਮ ਹੈ, ਸਭ ਤੋਂ ਸ੍ਰੇਸ਼ਟ। ਜੇ ਸਮਾਂ ਆਪਾਂ ਨੂੰ ਪਹਿਲਾਂ ਮਿਲਿਆ ਹੁੰਦਾ ਤਾਂ ਆਪਾਂ ਜੀਵਨ ਮੁਕਤ ਹੋ ਜਾਂਦੇ, ਆਪਾਂ ਆਉਂਦੇ ਹੀ ਨਾ ਵਾਪਸ। ਭਾਈਆਂ ਜਿਨ੍ਹਾਂ ਨੂੰ ਫਿਰ ਸੰਗ ਹੋ ਗਿਆ ਸੰਤਾਂ ਸਾਧੂਆਂ ਦਾ, ਗੁਰਮੁਖਾਂ ਦਾ, ਜਿਨ੍ਹਾਂ ਨੇ ਫਿਰ ਗੁਰੂ ਦੀ ਦੱਸੀ ਹੋਈ ਕਾਰ ਕਮਾਈ, ਉਹਨਾਂ ਨੇ ਆਖਿਆ ਵੀ ਜਿਹੜਾ ਇਹ ਕਲਯੁਗ ਇਹ ਸਾਰਿਆਂ ਤੋਂ ਉੱਤਮ ਹੈ। ਮਹਾਰਾਜ ਕਹਿੰਦੇ ਸਤਿਯੁਗ ਦੁਆਪਰ ਤ੍ਰੇਤਾ ਭਣੀਏ, ਕਲਯੁਗ ਉੱਤਮ ਜੁਗਾਂ ਮਾਹੀ। ਬਈ ਇਹ ਕਲਯੁਗ ਸਭ ਤੋਂ ਉੱਤਮ ਤਾਂ ਜੇ ਅਸੀਂ ਗੁਰੂ ਦੀ ਮੱਤ ਲੈਂਦੇ ਹਾਂ, ਤਾਂ ਜੇ ਅਸੀਂ ਮਾਲਕ ਦੀ ਕੀਰਤੀ ਕਰਦੇ ਹਾਂ ਤਾਂ ਫਿਰ ਤਾਂ ਸਾਡੇ ਵਾਸਤੇ ਉੱਤਮ, ਸਭ ਤੋਂ ਸ੍ਰੇਸ਼ਟ। ਜੇ ਅਸੀਂ ਨਹੀਂ ਕਰਦੇ ਫਿਰ ਬਹੁਤ ਭਿਆਨਕ। ਫਿਰ ਆਪਾਂ ਦੇਖਦੇ ਸੰਸਾਰ ਦੇ ਵਿੱਚ ਵੀ ਜਿਨ੍ਹਾਂ ਨੇ ਫਿਰ ਨਹੀਂ ਗੁਰੂ ਦੀ ਮੱਤ ਲਈ, ਵੀ ਕਿਵੇਂ ਲੋਭ ਲਹਿਰ ਫਿਰ ਚੱਲਦੀ ਉਹਨਾਂ ਦੇ ਅੰਦਰ, ਅਤੇ ਕਿਵੇਂ ਫਿਰ ਉਹ ਆਪਦੇ ਲੋਭ ਦੀ ਖਾਤਰ ਦੂਸਰਿਆਂ ਦਾ ਹੱਕ ਮਾਰਦੇ ਅਤੇ ਦੂਸਰਿਆਂ ਨੂੰ ਬਿਖ ਜ਼ਹਿਰ ਅੱਗੇ ਪਰੋਸ ਕੇ ਦਿੰਦੇ ਵੀ ਆਪਾਂ ਨੂੰ ਕੀ ਹੈ, ਆਪਾਂ ਨੂੰ ਤਾਂ ਆਪਦੇ ਪੈਸਿਆਂ ਤੱਕ ਮਤਲਬ। ਸੋ ਇਸ ਵਾਸਤੇ ਜੇ ਹੁਣ ਅਸੀਂ ਗੁਰੂ ਦੀ ਮੱਤ ਲਵਾਂਗੇ, ਸਤ ਸੰਗਤ ਕਰਾਂਗੇ, ਅਤੇ ਫਿਰ ਜੀਵ ਦੀ ਇਹ ਅਵਸਥਾ ਨਹੀਂ ਬਣਦੀ। ਜਿਹੜਾ ਗੁਰਮੁਖ ਉਹਨੇ ਕਿਸੇ ਨੂੰ ਜ਼ਹਿਰ ਦੇਣਾ ਤਾਂ ਦੂਰ ਦੀ ਗੱਲ, ਉਹਦੇ ਅੰਦਰ ਇਹ ਵਿਚਾਰ ਵੀ ਨਹੀਂ ਬਣਦਾ ਵੀ ਮੈਂ ਕਿਸੇ ਦਾ ਨੁਕਸਾਨ ਕਰਾਂ, ਮੈਂ ਕਿਸੇ ਨੂੰ ਮਾੜਾ ਕਿਸੇ ਦਾ ਕਰਨਾ ਤਾਂ ਦੂਰ, ਉਹਦੇ ਅੰਦਰ ਫੁਰਨਾ ਵੀ ਨਹੀਂ ਬਣਦਾ, ਉਹਦੇ ਅੰਦਰ ਇਹ ਸੋਚ ਵੀ ਨਹੀਂ ਪੈਦਾ ਹੁੰਦੀ, ਕਿਉਂਕਿ ਉਹਦੇ ਅੰਦਰ ਦਇਆ ਹੈ, ਨਰਮਤਾ ਹੀ ਹੈ। ਉਹਨੇ ਤਾਂ ਪਰਉਪਕਾਰ ਕਰਨਾ, ਉਹਨੇ ਤਾਂ ਦਇਆ ਕਰਨੀ ਜੀਵਾਂ 'ਚ, ਉਹਨੇ ਤਾਂ ਭਲਾ ਕਰਨਾ। ਸੋ ਇਸ ਵਾਸਤੇ ਸੱਚੇ ਪਾਤਸ਼ਾਹ ਫਿਰ ਤਾਂ ਆਪਾਂ ਨੂੰ ਸਮਝਾਉਂਦੇ ਵੀ ਸਾਧ ਸੰਗਤ ਸਾਰੇ ਜੀਵ ਕਰੋ ਤਾਂ ਕਿ ਸਾਨੂੰ ਸੋਝੀ ਆਵੇ, ਸਾਨੂੰ ਭੇਦ ਆਵੇ, ਵੀ ਤਾਂ ਕਿ ਜਿਹੜੀ ਸਾਡੇ ਅੰਦਰ ਇਹ ਲੋਭ ਲਹਿਰ ਪ੍ਰਬਲ ਹੋਈ ਅਸੀਂ ਇਹਨੂੰ ਛੱਡੀਏ, ਵੀ ਤਾਂ ਕਿ ਜੇ ਸਾਨੂੰ ਮਾਲਕ 'ਤੇ ਭਰੋਸਾ ਆ ਜਾਵੇ, ਪ੍ਰਤੀਤ ਆ ਜਾਵੇ। ਭਰੋਸਾ ਤਾਂ ਹੀ ਆਉਣਾ ਜੇ ਅਸੀਂ ਸਿਮਰਨ ਕਰਾਂਗੇ, ਸਤ ਸੰਗਤ ਕਰਾਂਗੇ। ਜੇ ਅਸੀਂ ਗੁਰੂ ਦੀ ਮੱਤ ਲੈ ਕੇ ਚੱਲਾਂਗੇ ਫਿਰ ਸਾਨੂੰ ਮਾਲਕ 'ਤੇ ਭਰੋਸਾ ਆਉਣਾ, ਫਿਰ ਸਾਨੂੰ ਉਹਦੇ 'ਤੇ ਪ੍ਰਤੀਤ ਆਉਣੀ ਹੈ। ਨਹੀਂ ਤਾਂ ਸਾਨੂੰ ਮਾਲਕ 'ਤੇ ਭਰੋਸਾ ਨਹੀਂ। ਹੁਣ ਜੀਵ ਸੰਸਾਰ ਦੇ ਵਿੱਚ ਕੋਈ ਵੀ ਕਰਮ ਕਰਦਾ, ਉਹਨੂੰ ਮਾਲਕ 'ਤੇ ਜੇ ਭਰੋਸਾ ਹੋਵੇ, ਮਾਲਕ 'ਤੇ ਯਕੀਨ ਹੋਵੇ, ਫਿਰ ਤਾਂ ਉਹ ਇੱਦਾਂ ਕਰੇ ਹੀ ਨਾ, ਲੋਭ ਦੇ ਵਿੱਚ ਜਾਵੇ ਹੀ ਨਾ। ਫਿਰ ਤਾਂ ਉਹਨੂੰ ਪਤਾ ਵੀ ਜਿੰਨੀ ਮੈਨੂੰ ਲੋੜ ਹੈ ਉਹਨਾਂ ਮੈਨੂੰ ਦੇ ਹੀ ਦੇਣਾ ਮਾਲਕ। ਜਦੋਂ ਸਾਨੂੰ ਮਾਲਕ 'ਤੇ ਭਰੋਸਾ ਨਹੀਂ, ਮਾਲਕ 'ਤੇ ਪ੍ਰਤੀਤ ਨਹੀਂ, ਅਸੀਂ ਆਪਦੀ ਚਤਰਾਈ ਦੁਆਰਾ, ਅਸੀਂ ਆਪਦੀ ਸਿਆਣਪ ਦੁਆਰਾ ਵੀ ਅਸੀਂ ਕਹਿੰਦੇ ਹਾਂ ਵੀ ਅਸੀਂ ਵੱਧ ਕਰ ਲਈ, ਵੀ ਅਸੀਂ ਜੇ ਦਵਾਈਆਂ ਦਾ ਇਸਤੇਮਾਲ ਕਰਾਂਗੇ ਉਹ ਪਾ ਕੇ ਅਸੀਂ ਵੱਧ ਉਗਾ ਲਾਂਗੇ, ਅਸੀਂ ਵੱਧ ਕਰ ਲਾਂਗੇ। ਇਹਦਾ ਮਤਲਬ ਵੀ ਸਾਨੂੰ ਮਾਲਕ 'ਤੇ ਭਰੋਸਾ ਨਹੀਂ, ਇੱਕ ਦਵਾਈ 'ਤੇ ਭਰੋਸਾ, ਵੀ ਇੱਕ ਸਪਰੇਅ 'ਤੇ ਸਾਨੂੰ ਮਾਲਕ ਦੇ ਨਾਲੋਂ ਜ਼ਿਆਦਾ ਭਰੋਸਾ ਵੀ ਮਾਲਕ ਨੇ ਨਹੀਂ ਸਾਨੂੰ ਦੇਣਾ, ਜੇ ਅਸੀਂ ਆਹ ਕਰਾਂਗੇ ਤਾਂ ਫਿਰ ਅਸੀਂ ਲਵਾਂਗੇ। ਇਹ ਇੱਥੋਂ ਲੋਭ ਲਹਿਰ ਸ਼ੁਰੂ ਹੋ ਜਾਂਦੀ। ਹੁਣ ਆਪਾਂ ਨੂੰ ਇਹੋ ਸਮਝਾਉਣ ਵਾਸਤੇ ਸਤਿਗੁਰਾਂ ਨੇ ਦੂਸਰੇ ਜੀਵਾਂ ਦੀਆਂ ਧਾਰਨਾ ਦਿੱਤੀਆਂ, ਸਾਨੂੰ ਜਾਨਵਰਾਂ ਦੀਆਂ ਧਾਰਨਾ ਦਿੱਤੀਆਂ, ਪਸ਼ੂਆਂ ਦੀਆਂ ਧਾਰਨਾ ਦਿੱਤੀਆਂ, ਵੀ ਤਾਂ ਕਿ ਸਾਨੂੰ ਭੇਤ ਆ ਜੇ, ਸਾਨੂੰ ਸੋਝੀ ਆ ਜੀ, ਵੀ ਉਹਨਾਂ ਨੂੰ ਮਾਲਕ 'ਤੇ ਭਰੋਸਾ, ਉਹਨਾਂ ਨੂੰ ਪ੍ਰਤੀਤ ਹੈ ਵੀ ਜਿਹਨੇ ਸਾਨੂੰ ਪੈਦਾ ਕੀਤਾ ਉਹਨੇ ਸਾਨੂੰ ਦੇਣਾ ਵੀ। ਉਹ ਬਹੁਤਾ ਇਕੱਠਾ ਨਹੀਂ ਕਰਦੇ, ਉਹਨਾਂ ਨੂੰ ਪਤਾ ਹੈ ਸਿਰਫ ਇੱਕ ਮਾਨਸ ਹੀ ਐਸਾ ਹੈ ਵੀ ਇਹਦੇ ਅੰਦਰ ਲੋਭ ਲਹਿਰ ਪ੍ਰਬਲ ਹੋਣ ਕਰਕੇ ਜਿਉਂ ਇਕੱਠਾ ਕਰਨਾ ਸ਼ੁਰੂ ਕਰਦਾ ਹੈ, ਪਤਾ ਨਹੀਂ ਕਿਹਦੇ ਵਾਸਤੇ ਇੰਨਾ ਇਕੱਠਾ ਕਰੀ ਜਾਂਦੇ ਨੇ, ਇਕੱਠਾ ਕਰਕੇ ਕਰਨਾ ਕੀ।
महाराज कहते फिर जिन्ना इकट्ठा करदा लोभ दे नाल फिर उन्ना हंकारी भी हो जांदा, नाल हौमे भी आउंदी उन्नी भी मैं बाला सियाणा मैं इन्ना इकट्ठा कर लिया। दूजे नूं कहंदा ये कमला है, ये कंगाल है, ते आप नूं कहंदा भी मैं शाह मेरे कोल इन्ना धन इकट्ठा कर लिया, मैं इन्ना जमीन जायदाद इकट्ठी कर ली। हुण महाराज कहंदे भी जिहड़ा इहदे ते हंकार करदा उहनूं गुरबाणी च मूर्ख आखिआ गुरु साहब ने। सच्चे पातशाह कहंदे धन भूमिका जो करे गमान सो मूर्ख अंधा अगियान। भी तो बड़ा वड्डा मूर्ख है अगियानी, इहनूं ये नहीं पता भी जिहदा मैं घमान करदा इहने मेरे नाल नहीं जाण। महाराज इसलिए फिर मन नूं कहंदे भी मूर्खा तू काहदा हंकार करदा बई तू जो ये इकट्ठा करन लग्या होया साजो समान इहने तेरे नाल नहीं जाण। ज़्यादा तू ये कह भी मैं दोबारा इत्थे वापस आउणा ते मैं इकट्ठा करके रखी जाना, भी जदों फिर आऊँ इहनूं फिर वरत लूँ। ये भी नहीं बई तू इत्थे सदा रहना, ये तैनूं घर छड्डना पैना, तैनूं शरीर खाली करना पैना है। महाराज इसलिए फरमाउंदे कहते मूर्ख मन काहे करसे माना उठ चलना खसमे भाना। ताज साध सह सुख होई घर छड्डने बिन रहे न कोई। किछ खा जाइए किछ धर जाइए जे बहुत दुनिया आईए। भी जे दा दोबारा आउणा होवे फिर तो इकट्ठा कर कर रखी चलो, भी फिर आवांगे फिर वरत लांगे फिर आउणा मैनूं। जे मान लो जीव दोबारा आ भी जाता है तो जदों केरा चला गया वो दोबारा आऊ जदों बच्चे के जन्म च ही आऊ। जे मान लो भी होर किते वो नाल गवांढियां दे घर ही मान लो पैदा हो गई तो आगे आखे भी इनू भी ये मेरा है, भी मैं इकट्ठा करके ना रखिया होया तो उन्होंने हथ लाउण देणगे वो। सो इस वास्ते महाराज कहते भी ये सारा अज्ञानता दे विच भी ये पता नहीं किन्नी क बार होया असी संसार च आए भी इत्थे आके इकट्ठा कर करके महल माड़ियाँ बना बना के फिर गांह चले गए, फिर आकारां च चले गए, फिर मानस जामा मिलिया, फिर इदां करी के ताइयों महाराज भी इत्थे इन्ना बनाउंदे बनाउंदे सब चले गए। फरीदा कोठे मंडप माड़ियाँ उसारेंदे भी गए। कूड़ा सौदा कर गए गोरी आए पे भी एक कूड़ी इकट्ठा करते रहे सारी उम्र, कूड़ का सौदा ही करते रहे। ये बना बना के तो गांह जाते लगे। सो इस वास्ते सच्चे पातशाह सानू समझाउंदे भी ये सारा चलदा लोभ लहर, लोभ दे नाल फिर हंकार हौमे, लोभ आ जाता तो नाल हंकार आ जाता, हौमे भी होरां नूं पता लगना चाहिए भी मैं इन्ना इकट्ठा किया तो पता भी लगे ना चारां जीवां नूं भी इहदे कोल इन्ना है। तो उहदे वास्ते फिर नाल नाल इह हौमे हंकार भी वधदा। महाराज इसलिए दसदे भी ये संसार का सारा खेल जिहड़ा ये पुट्ठा चलदा है, उल्ट चलदा। जिन्हों हुण संसार तरक्की कहंदा भी असीं बड़ी तरक्की कर ली जी, ये कोई तरक्की नहीं है। महाराज कहंदे भी जिहड़ा कर्म पहलां करदे होए साडे दादे पड़दादे लकड़दादे चले गए, जदों एक जीव संसार चों जांदा ते गांह उहदे बच्चे खड़े हो जांदे उठ के भी हुण असीं कारोबार सामभदे हां जी। उन्होंने फिर अगे होर वधा लिया, जिमें आपां संसार च देखते कहने भी माता पिता ने जिन्ना कीता सी कई बच्चे भी उन्होंने उन्हों तो दुगना कर लिया, होर भी होर जमीन जायदाद लै ली, होर कारोबार वधा लिया, वड्डा कर लिया। हुण जे वो सिमरन करते नहीं, जे वो सत्संगत करते नहीं, फिर उन्हों की की अवस्था महाराज दसदे गुरु अर्जन देव जी कहते भी जिहड़े चले गए उन्हों दे बाद चों जिहड़े लक बन के खड़े हुए, जिन्नी माया उन्होंने दृढ़ की सी माँ प्यो ने उदों दुगनी उन्होंने कर ली। उन्होंने वो घट दलदल च खुबे सी माया दे विच, ये उदों दूने खुब गए। होर
ਹੁਣ ਜਿਹੜਾ ਦੂਣਾ ਖੋਵੇ ਉਹਨੂੰ ਨਿਕਲਣਾ ਉਦੋਂ ਹੀ ਔਖਾ ਹੋਣਾ ਹੋਰ ਜੱਤ। ਮਹਾਰਾਜ ਇਸ ਲਈ ਫਰਮਾਉਂਦੇ ਅਗਲੇ ਮੂਏ ਸੇ ਪਾਛੇ ਪਰੇ, ਜੋ ਉਭਰੇ ਸੋ ਬੰਦ ਲੱਗ ਖੜੇ। ਜੈ ਧੰਦੇ ਮੈਂ ਉਹੀ ਲਪਟਾਏ, ਉਨ ਤੇ ਦੁਗਣ ਦਿੜੀ ਉਨਮਾਈ। ਵੀ ਜਿਹੜਾ ਧੰਦਾ ਕਰਦੇ ਉਹ ਲਿਪਟੇ ਰਹੇ, ਧੰਦਾ ਕਰਦੇ ਸਾਰੀ ਉਮਰ ਉਹ ਚਲੇ ਗਏ ਸੰਸਾਰ 'ਚ, ਉਦੋਂ ਦੁੱਗਣਾ ਧੰਦਾ ਗਾ ਉਹਨਾਂ ਦੇ ਬੱਚਿਆਂ ਨੇ ਦ੍ਰਿੜ ਕਰ ਲਈ, ਅਤੇ ਉਹ ਸੰਸਾਰ ਕਹਿੰਦਾ ਇਹਨਾਂ ਨੇ ਤਰੱਕੀ ਬੜੀ ਕਰ ਲਈ ਜੀ। ਗੁਰੂ ਸਾਹਿਬ ਕਹਿੰਦੇ ਵੀ ਇਹ ਕੋਈ ਤਰੱਕੀ ਨਹੀਂ ਹੈ, ਤਰੱਕੀ ਸਾਡੇ ਮਨ ਨੇ ਕਰਨੀ। ਅਸੀਂ ਆਤਮਿਕ ਤੌਰ 'ਤੇ ਤਰੱਕੀ ਕਰਾਂਗੇ ਜੇ ਅਸੀਂ ਗੁਰੂ ਦੀ ਮੱਤ ਲਵਾਂਗੇ, ਸਾਡੇ ਮਨ ਨੂੰ ਸ਼ਾਂਤੀ ਆਏਗੀ, ਸਾਡਾ ਮਨ ਸੁਖੀ ਹੋਏਗਾ। ਹੁਣ ਬੇਸ਼ੱਕ ਸੰਸਾਰ ਦੇ ਵਿੱਚ ਤਾਂ ਅਸੀਂ ਪਹਿਲਾਂ ਮਕਾਨ ਕੱਚੇ ਸੀ, ਕੱਚਿਆਂ ਤੋਂ ਅਸੀਂ ਪੱਕੇ ਬਣਾ ਲਏ, ਪਹਿਲਾਂ ਛੋਟੇ ਸੀ ਹੁਣ ਮੰਨ ਲਓ ਵੱਡੇ ਬਣਾ ਲਏ। ਪਰ ਜੇ ਆਪਾਂ ਦੇਖੀਏ ਵੀ ਮਨ ਸਾਡੇ ਕਿੰਨੇ ਕੁ ਸੁਖੀ ਨੇ, ਸਾਡੇ ਮਨਾਂ ਨੂੰ ਕਿੰਨੀ ਕੁ ਸ਼ਾਂਤੀ ਹੈ, ਅਤੇ ਉਹ ਜੀਵ ਕਹਿੰਦਾ ਵੀ ਇਹਦੋਂ ਤਾਂ ਪਹਿਲਾਂ ਸੌਖੀ ਸੀ। ਜਿਵੇਂ ਹੁਣ ਆਪਾਂ ਆਮ ਹੀ ਦੇਖਦੇ ਹਾਂ ਨਾ, ਜੀਵ ਹੁਣ ਜਦੋਂ ਕਹਿੰਦਾ ਵੀ ਪਹਿਲਾਂ ਸਮਾਂ ਸੀ ਜਿਹੜਾ ਉਹ ਇਹਦੋਂ ਵਧੀਆ ਸੀ, ਇਹਦਾ ਮਤਲਬ ਵੀ ਉਦੋਂ ਜੀਵ ਆਪਣੇ ਨਾਲੋਂ ਸੌਖੇ ਸੀ। ਆਪਾਂ ਕਹਿੰਦੇ ਤਰੱਕੀ ਕੀਤੀ ਹੈ, ਅਤੇ ਇਹਦਾ ਮਤਲਬ ਤਰੱਕੀ ਕਾਹਦੀ ਕੀਤੀ, ਅਸੀਂ ਤਾਂ ਹੋਰ ਔਖੇ ਹੋ ਗਏ, ਅਸੀਂ ਤਾਂ ਹੋਰ ਦੁਖੀ ਹੋ ਗਏ ਅੱਗੇ ਨਾਲੋਂ। ਵੀ ਪਹਿਲਾਂ ਜੇ ਬਜ਼ੁਰਗ ਸੁਖੀ ਸੀ, ਮੰਨ ਲਓ ਵੀ ਉਹਨਾਂ ਦੇ ਮਨ ਨੂੰ ਕੁਝ ਸ਼ਾਂਤੀ ਸੀ, ਅਤੇ ਆਪਾਂ ਨੂੰ ਤਾਂ ਹੁਣ ਉਹ ਸ਼ਾਂਤੀ ਵੀ ਨਾ ਰਹੀ। ਫਿਰ ਆਪਾਂ ਆਖੀਏ ਵੀ ਅਸੀਂ ਤਰੱਕੀ ਕੀਤੀ ਹੈ, ਇਹ ਕੋਈ ਤਰੱਕੀ ਨਹੀਂ ਹੈ, ਇਹ ਕੋਈ ਕਾਮਯਾਬੀ ਨਹੀਂ ਹੈ। ਅਸੀਂ ਆਖੀਏ ਵੀ ਅਸੀਂ ਬਹੁਤ ਮੱਲਾਂ ਮਾਰ ਲਈਆਂ, ਵੀ ਅਸੀਂ ਪਤਾ ਨਹੀਂ ਕੀ ਖੱਟ ਲਿਆ। ਮਹਾਰਾਜ ਕਹਿੰਦੇ ਵੀ ਤਰੱਕੀ ਦਾ ਸਾਡੇ ਮਨ ਨੇ ਕਰਨੀ, ਉਹ ਤਾਂ ਹੋਏਗੀ ਜੇ ਅਸੀਂ ਗੁਰੂ ਦੀ ਮੱਤ ਲੈ ਕੇ, ਜੇ ਅਸੀਂ ਅਭਿਆਸ ਕਰਾਂਗੇ। ਜੇ ਅਸੀਂ ਅਭਿਆਸ ਕਰਾਂਗੇ ਸਾਡਾ ਮਨ ਸਹਿਜ ਵਿੱਚ ਆਏਗਾ, ਅਸੀਂ ਆਪਣੇ ਘਰ ਜਾਵਾਂਗੇ, ਸਾਡਾ ਮਨ ਆਤਮਿਕ ਰੂਪ ਹੋਏਗਾ, ਸਾਡਾ ਆਪਣਾ ਆਪਾ ਖਤਮ ਹੋ ਜਾਏਗਾ, ਅਤੇ ਅਸੀਂ ਮਾਲਕ ਦਾ ਰੂਪ ਹੋ ਜਾਵਾਂਗੇ। ਅਤੇ ਇਹਨੂੰ ਕਹਿੰਦੇ ਤਰੱਕੀ ਗੁਰਮਤਿ ਦੇ ਵਿੱਚ। ਇਹਨੂੰ ਕਹਿੰਦੇ ਵੀ ਇਹ ਗੁਰਮੁਖ ਨੇ ਜਿਹੜੇ ਪਾਤਸ਼ਾਹ ਨੇ, ਇਹ ਸ਼ਾਹ ਨੇ, ਵੀ ਜਿਨ੍ਹਾਂ ਦੇ ਕੋਲ ਨਾਮ ਧਨ ਹੈ, ਉਹਨਾਂ ਨੂੰ ਮਹਾਰਾਜ ਕਹਿੰਦੇ ਜਿਨ ਕੇ ਪੱਲੇ ਨਾਮ ਧਨ ਸੇਈ ਪੂਰੇ ਸ਼ਾਹ। ਵੀ ਉਹ ਸ਼ਾਹ ਨੇ, ਉਹ ਪਾਤਸ਼ਾਹ ਨੇ ਜਿਨ੍ਹਾਂ ਨੂੰ ਮਾਲਕ ਨੇ ਆਪਦੀ ਸਿਫਤ ਸਲਾਹ 'ਤੇ ਲਾਇਆ, ਆਪਦੀ ਵਡਿਆਈ ਬਖਸ਼ਿਸ਼ ਕੀਤੀ। ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਸੇ ਪਾਤਸ਼ਾਹ। ਇੱਕ ਤਾਂ ਸੰਸਾਰ ਦੇ ਸ਼ਾਹ, ਵੀ ਜਿਨ੍ਹਾਂ ਨੂੰ ਸੰਸਾਰੀ ਜੀਵ ਕਹਿੰਦੇ ਵੀ ਇਹਨਾਂ ਕੋਲ ਧਨ ਬੜਾ ਹੈ ਜੀ, ਦੌਲਤ ਬੜੀ ਹੈ, ਇਹ ਸ਼ਾਹ ਨੇ। ਇੱਕ ਸਾਨੂੰ ਗੁਰੂ ਘਰ ਤੋਂ ਸਤਿਗੁਰੂ ਸਾਨੂੰ ਪਾਤਸ਼ਾਹ ਬਣਾਉਂਦੇ ਸੀ, ਸਾਨੂੰ ਸ਼ਾਹ ਬਣਾਉਂਦੇ ਸੀ। ਹੁਣ ਇਸ ਵਾਸਤੇ ਫਿਰ ਸੰਸਾਰ ਦਾ ਤਾਂ ਜਿਹੜਾ ਇਹ ਸਾਰਾ ਕੁਝ ਝੂਠਾ ਹੈ, ਇਹ ਤਾਂ ਨਾਸਵਾਨ ਹੈ। ਇੱਥੇ ਚਾਹੇ ਕਿਸੇ ਕੋਲ ਜ਼ਿਆਦਾ ਹੈ ਉਹਨੇ ਵੀ ਇੱਥੇ ਹੀ ਛੱਡ ਜਾਣਾ, ਕਿਸੇ ਕੋਲ ਘੱਟ ਹੈ ਉਹਨੇ ਵੀ ਇੱਥੇ ਹੀ ਛੱਡ ਜਾਣਾ। ਵੀ ਇਹ ਤਾਂ ਸੰਸਾਰ 'ਚ ਸਾਡਾ ਇਸ ਤਰ੍ਹਾਂ ਵਸੇਰਾ, ਜਿਵੇਂ ਪੰਛੀ ਹੁੰਦਾ ਤਾਂ ਦਰਖਤ 'ਤੇ ਵਸੇਰਾ। ਹੁਣ ਇਸੇ ਤਰ੍ਹਾਂ ਹੀ ਸਾਡਾ ਇਸ ਸਰੀਰ ਨੂੰ ਵੀ ਦਰਖਤ ਆਖੀ, ਵੀ ਅਸੀਂ ਜਿਵੇਂ ਦਰਖਤ 'ਤੇ ਆ ਕੇ ਪੰਛੀ ਬਹਿੰਦਾ ਅਤੇ ਉੱਡ ਜਾਂਦਾ, ਇਸੇ ਤਰ੍ਹਾਂ ਹੀ ਅਸੀਂ ਇੱਥੇ ਆਉਂਦੇ ਹਾਂ। ਤਾਈਓ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਬਰ ਪੰਖ ਵਸੇਰਾ। ਵੀ ਕੀ ਤੇਰਾ ਅਤੇ ਕੀ ਮੇਰਾ, ਵੀ ਇੱਥੇ ਤਾਂ ਰਹਿਣ ਵਸੇਰਾ ਹੈ, ਅਸੀਂ ਆਏ ਹਾਂ ਅਤੇ ਇੱਥੋਂ ਮੁੜ ਕੇ ਉੱਡ ਕੇ ਅਸੀਂ ਘਰ ਚਲੇ ਜਾਣਾ ਇੱਥੋਂ ਵਾਪਸ। ਹੁਣ ਜੇ ਸਾਨੂੰ ਇਹ ਖੇਲ ਦੀ ਸਮਝ ਲੱਗ ਜੇ ਅਤੇ ਫਿਰ ਅਸੀਂ ਬਹੁਤ ਸੌਖੇ ਹੋ ਸਕਦੇ ਹਾਂ। ਸਾਨੂੰ ਜਦੋਂ ਭੇਤ ਆ ਜਾਂਦਾ ਵੀ ਇਹ ਰੋਜ਼ ਦੀ ਰੋਜ਼ ਦਾ ਖੇਲ ਹੈ, ਸਵੇਰੇ ਆਪਾਂ ਆਏ ਹਾਂ ਅਤੇ ਹੁਣ ਰਾਤ ਨੂੰ ਇੱਥੋਂ ਅਸੀਂ ਵਾਪਸ ਜਾਣਾ। ਫਿਰ ਆਪਾਂ ਐਸਾ ਕਰਮ ਨਹੀਂ ਕਰਦੇ ਵੀ ਜਿਹਦੇ ਕਰਮ ਕਰਨ ਦੇ ਨਾਲ ਸਾਡੇ ਮਨ ਨੂੰ ਸਜ਼ਾ ਮਿਲੇ, ਸਾਡੇ ਮਨ ਦੇ ਉੱਤੇ ਮੈਲ ਲੱਗੇ ਅਤੇ ਸਾਨੂੰ ਝਟਕਾਂ ਪੈਣ ਘਰ ਗਿਆ।
ਫਿਰ ਆਪਾਂ ਇੱਧਰ ਸੰਸਾਰ ਦੇ ਵਿੱਚ ਕਿਸੇ ਚੀਜ਼ 'ਤੇ ਆਪਦਾ ਹੱਕ ਨਹੀਂ ਜਤਾਉਂਦੇ ਵੀ ਸਾਡੀ ਇਹ ਸੀ, ਕਿਉਂਕਿ ਆਪਾਂ ਨੂੰ ਪਤਾ ਵੀ ਸਾਡਾ ਤਾਂ ਇਹ ਸਰੀਰ ਵੀ ਨਹੀਂ, ਵੀ ਇਹ ਵੀ ਬੇਗਾਨਾ, ਇਹ ਵੀ ਅਸੀਂ ਇੱਥੇ ਹੀ ਛੱਡ ਕੇ ਜਾਣਾ। ਜਿਵੇਂ ਹੁਣ ਪੰਛੀ ਹੈ ਦਰਖਤ 'ਤੇ ਆ ਕੇ ਬੈਠੇ ਤੇ ਉਹ ਆਖੇ ਵੀ ਦਰਖਤ ਮੇਰਾ ਹੈ, ਤੇ ਉਹਦਾ ਥੋੜ੍ਹੀ ਹੈ। ਉਹਦਾ ਜਿੱਥੇ ਦਰਖਤ ਲੱਗਿਆ, ਮੰਨ ਲਓ ਖੇਤ 'ਚ ਲੱਗਿਆ, ਤੇ ਉਹ ਮਾਲਕ ਦੀ ਮਰਜ਼ੀ, ਜਦੋਂ ਮਰਜ਼ੀ ਉਹਨੂੰ ਵੱਢ ਦੇਵੇ, ਜਦੋਂ ਮਰਜ਼ੀ ਉਹਨੂੰ ਕੱਟ ਦੇਵੇ। ਹੁਣ ਇਸੇ ਤਰ੍ਹਾਂ ਹੀ ਜੇ ਅਸੀਂ ਆਖੀਏ, ਸਾਡਾ ਮਨ ਆਖੇ ਵੀ ਇਹ ਸਰੀਰ ਮੇਰਾ ਹੈ, ਇਹਦਾ ਨਹੀਂ। ਹੁਣ ਜੇ ਸਰੀਰ ਨਹੀਂ ਸਾਡਾ, ਤੇ ਹੋਰ ਚੀਜ਼ ਵੀ ਇੱਥੇ ਸਾਡੀ ਕੁਝ ਨਹੀਂ। ਸੋ ਤਾਈਓ ਫਿਰ ਆਪਾਂ ਨੂੰ ਸਮਝਾਉਂਦੇ ਵੀ ਤੁਸੀਂ ਜ਼ਰਾ ਸੋਚੋ ਵੀ ਜੋ ਤੁਸੀਂ ਸਵੇਰ ਤੋਂ ਸ਼ਾਮ ਤੱਕ ਇੱਥੇ ਕਰਦੇ ਹੋ, ਵੀ ਇੱਥੋਂ ਜਦੋਂ ਜਾਂਦੇ ਹੋ ਇੱਥੋਂ ਨਾਲ ਕੀ ਲੈ ਕੇ ਜਾਂਦੇ। ਹੁਣ ਅਗਿਆਨਤਾ ਵਸ ਹੋ ਕੇ ਜੀਵ ਜਦੋਂ ਫਿਰ ਸੰਸਾਰ ਦੇ ਵਿੱਚ ਲੋਭੀ ਹੋ ਜਾਂਦਾ, ਉਹ ਇਕੱਠਾ ਕਰੀ ਜਾਂਦਾ, ਤੇ ਉਹ ਸਮਝਦਾ ਵੀ ਮੈਂ ਆਪਦੇ ਵਾਸਤੇ ਕਰਦਾ, ਵੀ ਮੇਰਾ ਹੈ, ਤੇ ਉਹਨੂੰ ਇਹ ਨਹੀਂ ਪਤਾ ਵੀ ਮੈਂ ਤੱਕ ਇੱਥੋਂ ਨਾਲ ਲੈ ਕੇ ਨਹੀਂ ਜਾ ਸਕਦਾ। ਵੀ ਇੱਥੋਂ ਦਾ ਜਦੋਂ ਜਾਣਾ ਖਾਲੀ ਹੱਥ ਜਾਣਾ, ਤੇ ਉਹ ਲੋਭ ਕਰਦਾ, ਤੇ ਉਹਨੂੰ ਇਹ ਨਹੀਂ ਪਤਾ ਵੀ ਇਹ ਹੈ ਵੰਗਾਰ ਹੈ, ਮੈਂ ਫਰੀ 'ਚ ਕਰ ਰਹੀ ਹਾਂ। ਫਰੀ ਦੇ ਵਿੱਚ ਵੰਗਾਰ ਕਰਦੇ ਹਾਂ, ਤੇ ਨਾਲ ਲੋਭ ਕਰਦਾ ਵੀ ਮੇਰਾ ਹੈ, ਵੀ ਮੈਂ ਵੱਧ ਤੋਂ ਵੱਧ ਇਕੱਠਾ ਕਰ ਲਵਾਂ। ਮਹਾਰਾਜ ਇਸ ਵਾਸਤੇ ਫਰਮਾਉਂਦੇ, ਨਿਤ ਦਿਨਸ ਰਾਤ ਲਾਲਚ ਕਰੇ, ਭਰਮੇ ਭਰਮਾਇਆ, ਵੰਗਾਰ ਫਿਰੇ ਵੰਗਾਰੀਆ, ਸਿਰ ਭਾਰ ਉਠਾਇਆ। ਵੀ ਲਾਲਚ ਕਰਦਾ, ਲੋਭ ਕਰਦਾ, ਵੀ ਵੱਧ ਤੋਂ ਵੱਧ ਇਕੱਠਾ ਕਰਾਂ, ਵੱਧ ਤੋਂ ਵੱਧ ਜ਼ਿਆਦਾ ਕਰਾਂ। ਇਹਨੂੰ ਇਹ ਨਹੀਂ ਪਤਾ ਵੀ ਮੈਂ ਵੰਗਾਰ ਕਰ, ਜਿਵੇਂ ਇੱਕ ਵੰਗਾਰੀਆ ਜੀਵ ਹੁੰਦਾ ਹੈ, ਉਹ ਸਾਰਾ ਦਿਨ ਵੰਗਾਰ ਕਰਦਾ ਹੈ ਫਰੀ ਦੇ ਵਿੱਚ। ਜਦੋਂ ਉਹਨੇ ਘਰ ਵਾਪਸ ਜਾਣਾ, ਨਾਲ ਨਹੀਂ ਕੁਝ ਲੈ ਕੇ ਜਾ ਸਕਦਾ, ਕਿਉਂਕਿ ਵੰਗਾਰੀਏ ਨੂੰ ਸਿਰਫ ਕੀ ਆ, ਅਗਲਾ ਖਾਣ ਨੂੰ ਭੋਜਨ ਦੇ ਦੇਗਾ, ਪਹਿਨਣ ਵਾਸਤੇ ਵੱਧ ਤੋਂ ਵੱਧ ਕੱਪੜਾ ਦੇ ਦੇ, ਹੋਰ ਉਹ ਕੁਛ ਨਾਲ ਨਹੀਂ ਲਿਜਾ ਸਕਦਾ, ਕਿਉਂਕਿ ਉਹਨੇ ਵੰਗਾਰ ਕੀਤੀ ਅਤੇ ਉਹ ਵੀ ਫਰੀ ਦੇ ਵਿੱਚ ਕੀਤੀ। ਹੁਣ ਸਾਡੇ ਮਨ ਨੂੰ ਕਹਿੰਦੇ ਵੀ ਤੂੰ ਤਾਂ ਉਹ ਵੰਗਾਰੀਏ ਤੋਂ ਵੀ ਭੈੜਾ ਹੋ ਗਈ, ਵੀ ਇੱਕ ਜੀਵ ਫਰੀ ਦੇ ਵਿੱਚ ਦੂਜੇ ਘਰ ਦੀ ਵੰਗਾਰ ਕਰਦਾ ਜਾ ਕੇ, ਪਰ ਉਹ ਆਪਦੇ ਕੋਲੋਂ ਧਨ ਨਹੀਂ ਖਰਚ ਕਰਦਾ। ਹੁਣ ਅਸੀਂ ਧਨ ਕੋਲੋਂ ਖਰਚ ਕਰਦੇ ਹਾਂ, ਮਾਲਕ ਸਾਨੂੰ ਦੇ ਕੇ ਭੇਜਦਾ ਸਵਾਸਾਂ ਦਾ ਧਨ, ਵੀ ਆਹ ਧਨ ਲੈ ਕੇ ਚੱਲੋ, ਜਾਓ ਪਰਦੇਸ ਦੇ ਵਿੱਚ, ਅਤੇ ਉੱਥੇ ਜਾ ਕੇ ਤੁਸੀਂ ਵਣਜ ਕਰਨਾ, ਵਪਾਰ ਕਰਨਾ, ਤੁਸੀਂ ਨਾਮ ਧਨ ਖੱਟਣਾ। ਹੁਣ ਜਦੋਂ ਇੱਧਰ ਆਇਆ, ਜੀਵ ਦੇ ਅੰਦਰ ਐਸਾ ਲੋਭ ਲਹਿਰ ਪ੍ਰਗਟ ਹੋਈ, ਪ੍ਰਬਲ ਹੋਈ, ਅਤੇ ਉਹਨੇ ਇੱਧਰ ਵੰਗਾਰ ਕਰਨੀ ਸ਼ੁਰੂ ਕਰ ਦਿੱਤੀ, ਅਤੇ ਧਨ ਸੀ ਜਿਹੜਾ ਉਹ ਕੋਲੋਂ ਖਰਚ ਕਰਨਾ ਸ਼ੁਰੂ ਕਰ ਦਿੱਤਾ। ਧਨ ਆਪਦਾ ਖਰਚ ਕਰਦਾ, ਅਤੇ ਨਾਲੇ ਵੰਗਾਰ ਕਰਦਾ, ਅਤੇ ਨਾਲੇ ਲੋਭ ਕਰਦਾ, ਲਾਲਚ ਕਰਦਾ। ਫਿਰ ਜਦੋਂ ਇੱਥੋਂ ਵਾਪਸ ਜਾਂਦਾ ਖਾਲੀ ਹੱਥ, ਇੱਥੋਂ ਕੁਛ ਨਾਲ ਨਹੀਂ ਲਿਜਾ ਸਕਦਾ। ਜੋ ਕੁਛ ਵੀ ਕੀਤਾ ਇੱਥੇ ਵੰਗਾਰ, ਉਹ ਕਹਿੰਦੇ ਇੱਥੇ ਹੀ ਰੱਖ ਜੋ ਸਾਰਾ ਕੁਛ। ਫਿਰ ਜਦੋਂ ਘਰ ਜਾਂਦਾ ਵਾਪਸ, ਤੇ ਘਰ ਗਏ ਨੂੰ ਮਾਲਕ ਤੋਂ ਝੜਕਾਂ ਪੈਂਦੀ ਵੀ ਇੰਨਾ ਵਡਮੁੱਲਾ ਕੀਮਤੀ ਧਨ ਲੈ ਕੇ ਗਏ ਸੀ, ਸਾਰਾ ਉੱਥੇ ਵੰਗਾਰ ਦੇ ਵਿੱਚ ਹੀ ਖਰਚ ਕਰ ਆਏ ਹੋ। ਹੁਣ ਵਤਰ ਸੀ, ਹੁਣ ਵੇਲਾ ਸੀ, ਜੇ ਤੁਸੀਂ ਵਣਜ ਵਪਾਰ ਕਰਦੇ ਤੇ ਹੁਣ ਤੁਹਾਨੂੰ ਉਹਦੇ ਬਦਲੇ ਤੁਹਾਨੂੰ ਖੁਰਾਕ ਮਿਲਣੀ ਸੀ। ਮਨ ਦੀ ਸਾਡੀ ਜਿਹੜੀ ਖੁਰਾਕ ਅੰਮ੍ਰਿਤ, ਉਹ ਸਾਨੂੰ ਉਦੋਂ ਮਿਲਦਾ ਜਦੋਂ ਫਿਰ ਅਸੀਂ ਇੱਥੇ ਕਮਾਈ ਕਰਦੇ। ਜਦੋਂ ਕਮਾਈ ਕਰਕੇ ਅਸੀਂ ਘਰ ਜਾਂਦੇ, ਤੇ ਸੱਚੇ ਦਰਬਾਰ ਦੇ ਵਿੱਚ ਸਾਡਾ ਫੈਸਲਾ ਹੁੰਦਾ, ਰੋਜ਼ ਦੀ ਰੋਜ਼ ਹੁੰਦਾ। ਮਹਾਰਾਜ ਤਾਈਓ ਸਾਨੂੰ ਰੋਜ਼ ਸਮਝਾਉਂਦੇ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਸੱਚੇ ਦਰਬਾਰ 'ਚ ਸਾਡਾ ਫੈਸਲਾ ਹੋਣਾ ਵੀ ਇਹ ਜੋ ਧਨ ਲੈ ਕੇ ਗਏ ਸੀ, ਕਿੱਥੇ ਖਰਚ ਕਰਕੇ, ਇਹ ਕਮਾਈ ਕਰਕੇ ਲਿਆਏ, ਕਿ ਜਾਂ ਉੱਥੇ ਸਾਰਾ ਦਿਨ ਵੰਗਾਰੀ ਕਰਦੇ ਰਹੇ। ਫਿਰ ਜੇ ਜੀਵ ਵੰਗਾਰ ਕਰਦਾ, ਤੇ ਫਿਰ ਉਹਨੂੰ ਸਮਝਾਉਂਦੇ ਵੀ ਹੁਣ ਵਤਰ ਸੀ, ਵੇਲਾ ਸੀ, ਹੁਣ ਤੂੰ ਕਮਾਈ ਨਹੀਂ ਕੀਤੀ, ਹੁਣ ਭੁੱਖਾ ਦੱਸ ਕੀ ਖਾਏਂਗਾ। ਹੁਣ ਵਤੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਈ। ਜਿਹੜੇ ਗੁਰਮੁਖ ਕਮਾਈ ਕਰਕੇ ਜਾਂਦੇ,
ਉਹਨਾਂ ਨੂੰ ਫਿਰ ਮਾਲਕ ਖੁਸ਼ ਹੋ ਕੇ ਕਹਿੰਦਾ ਵੀ ਬੱਚਾ ਕਮਾਈ ਕਰਕੇ ਆਇਆ ਪਰਦੇਸ ਦੇ ਵਿੱਚੋਂ, ਅਤੇ ਇਹਨਾਂ ਨੂੰ ਪਰੋਸ ਕੇ ਥਾਲ ਦਿਓ, ਇਹਨਾਂ ਨੂੰ ਭੋਜਨ ਦਿਓ, ਛਕਣ। ਫਿਰ ਇਹ ਜਿਹੜਾ ਸੁੰਨ ਹੈ ਖਾਲੀ ਖਿੱਲਾ, ਇਹਨੂੰ ਥਾਲ ਦਾ ਨਾਮ ਦਿੱਤਾ, ਅਤੇ ਫਿਰ ਇਹਦੇ ਵਿੱਚ ਪਰੋਸ ਕੇ ਸਾਡੇ ਮਨ ਨੂੰ ਦਿੱਤਾ ਜਾਂਦਾ ਥਾਲ ਦੇ ਵਿੱਚ। ਜਿਸ ਨੂੰ ਮਹਾਰਾਜ ਫਰਮਾਉਂਦੇ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਜੇ ਕੋ ਖਾਵੇ ਜੇ ਕੋ ਭੁੰਚੇ ਤਿਸ ਕਾ ਹੋਏ ਆਧਾਰੋ। ਫਿਰ ਇਹ ਜਦੋਂ ਇਹਨੂੰ ਪਰੋਸ ਕੇ ਦਿੱਤਾ ਜਾਂਦਾ, ਫਿਰ ਇੱਥੇ ਗੁਰਮੁਖ ਅਰਦਾਸ ਕਰਦੀ, ਨਾਨਕ ਭੂਸਰੀਆਂ ਪਕਾਈਆਂ ਪਾਈਆਂ ਥਾਲੇ ਮਾਹੇ, ਜਿਨੀ ਗੁਰੂ ਮਨਾਇਆ ਰੱਜ ਰੱਜ ਸਈ ਖਾਏ। ਬਈ ਜਿਨ੍ਹਾਂ ਨੇ ਉਹ ਗੁਰੂ ਨੂੰ ਮਨਾਇਆ ਸ਼ਬਦ ਨੂੰ, ਫਿਰ ਉਹ ਰੱਜ ਰੱਜ ਕੇ ਛਕਦੇ, ਫਿਰ ਉਹ ਅੰਮ੍ਰਿਤ ਪੀਂਦੇ। ਸੋ ਇਸ ਵਾਸਤੇ ਫਿਰ ਮਨ ਨੂੰ ਸਮਝਾਉਂਦੇ ਵੀ ਜੇ ਤੂੰ ਹੁਣ ਕਮਾਈ ਨਹੀਂ ਕਰੇਂਗਾ, ਹੁਣ ਵੇਲਾ ਹੁਣ ਵਤਰ ਹੈ, ਅਤੇ ਫਿਰ ਤੂੰ ਅੱਗੇ ਭੁੱਖਾ ਕੀ ਖਾਏਂਗਾ। ਵੀ ਹੋਰ ਕੋਈ ਰੁੱਤ ਨਹੀਂ, ਜੇ ਤੂੰ ਆਖੇ ਵੀ ਹੋਰ ਰੁੱਤ ਜਾਂ ਹੋਰ ਕਿਸੇ ਆਕਾਰ ਦੇ ਵਿੱਚ, ਜਿਵੇਂ ਆਪਾਂ ਹੁਣ ਕਿਸੇ ਜੀਵ ਨੂੰ ਆਖੀ ਵੀ ਸਿਮਰਨ ਕਰੋ, ਕਹਿੰਦਾ ਕੋਈ ਨਹੀਂ ਕਰ ਲਾਂਗੇ, ਵੀ ਸੰਗਤ ਕਰ ਲਓ, ਕਹਿੰਦਾ ਕੋਈ ਨਹੀਂ ਫਿਰ ਕਰ ਲਾਂਗੇ। ਜੇ ਇਸੇ ਤਰ੍ਹਾਂ ਹੀ ਸਾਡਾ ਸਮਾਂ ਲੰਘ ਗਿਆ, ਕਿਉਂਕਿ ਸਮਾਂ ਤਾਂ ਲੰਘ ਹੀ ਜਾਣਾ, ਖਤਮ ਹੋ ਹੀ ਜਾਣਾ, ਫਿਰ ਤਾਂ ਮਹਾਰਾਜ ਕਹਿੰਦੇ ਵੀ ਹੋਰ ਰੁੱਤ ਨਹੀਂ ਕੋਈ, ਵੀ ਤੁਸੀਂ ਆਖੋ ਵੀ ਹੋਰ ਜਨਮ 'ਚ ਕਰ ਲਾਂਗੇ, ਹੋਰ ਜਨਮ 'ਚ ਨਹੀਂ ਹੋਣਾ। ਵੀ ਹੋਣੀ ਮੌਕਾ, ਹੋਣੀ ਤਾਂ ਵੇਲਾ ਹੈ, ਹੋਣੀ ਤਾਂ ਸਾਨੂੰ ਵਾਰੀ ਮਿਲੀ ਹੈ ਕਰਨ ਵਾਸਤੇ। ਮਹਾਰਾਜ ਤਾਈਆਂ ਫਿਰ ਸਾਨੂੰ ਕਹਿੰਦੇ ਵੀ ਤੁਸੀਂ ਇਹ ਭਰਮ 'ਚ ਨਾ ਭੁੱਲੋ, ਤੁਸੀਂ ਇਹ ਟਾਲੋ ਨਾ ਵੀ ਕੋਈ ਨਹੀਂ ਹੁਣ ਨਹੀਂ ਫੇਰ ਕਰ ਲਾਂਗੇ। ਮਹਾਰਾਜ ਇਸ ਲਈ ਫਰਮਾਉਂਦੇ, ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਆਨ ਰੁੱਤ ਨਾਹੀਂ ਮਤ ਭਰਮ ਭੁੱਲੋ ਭੁੱਲੋ। ਵੀ ਹੋਰ ਕੋਈ ਰੁੱਤ ਨਹੀਂ, ਹੋਰ ਕੋਈ ਵੇਲਾ, ਹੋਰ ਕੋਈ ਮੌਸਮ ਨਹੀਂ, ਵੀ ਹੋਰ ਕੋਈ ਆਕਾਰ ਨਹੀਂ। ਜੇ ਤੁਸੀਂ ਆਖੋ ਵੀ ਹੁਣ ਨਹੀਂ ਫੇਰ ਕਰ ਲਾਂਗੇ, ਜੇ ਸਾਨੂੰ ਹੁਣ ਕਰਨਾ ਔਖਾ ਲੱਗਦਾ, ਫਿਰ ਜਦੋਂ ਅੰਤ ਸਮਾਂ ਆਇਆ ਫਿਰ ਅਸੀਂ ਆਖੀਏ ਵੀ ਹੁਣ ਸਿਮਰਨ ਕਰ ਲਈਏ, ਉਦੋਂ ਥੋੜ੍ਹੀ ਹੁਣ। ਜਿਵੇਂ ਹੁਣ ਸਾਰੀ ਉਮਰ ਤਾਂ ਜੀਵ ਨੇ ਸਿਮਰਨ ਕੀਤਾ ਨਹੀਂ, ਸੰਗਤ ਕੀਤੀ ਨਹੀਂ, ਜਦੋਂ ਉਹਦਾ ਅੰਤ ਸਮਾਂ ਹੁੰਦਾ ਉਦੋਂ ਜੀਵ ਫਿਰ ਜਦੋਂ ਔਖਾ ਹੁੰਦਾ, ਆਖਰੀ ਸਾਹਾਂ 'ਤੇ ਪਿਆ ਏ, ਫਿਰ ਜੀਵ ਨੂੰ ਬੋਝ ਸਮਝਦੇ, ਕਹਿੰਦੇ ਵੀ ਹੁਣ ਇਹਦੇ 'ਤੇ ਪੜਦਾ ਪੈ ਜੀ, ਵੀ ਔਖਾ ਬਹੁਤ ਹੈ ਜੀ, ਇਹਦਾ ਛੁਟਕਾਰਾ ਹੋ ਜੇ, ਇਹਦੇ ਪ੍ਰਾਣ ਨਿਕਲ ਜਾਣ। ਉਹਦੇ ਵਾਸਤੇ ਫਿਰ ਕੀ ਕਰਦੇ, ਕਹਿੰਦੇ ਇਹਨੂੰ ਗੀਤਾ ਸੁਣਾਓ ਜਾਂ ਇਹਨੂੰ ਪਾਠ ਸੁਣਾਓ। ਹੁਣ ਜਿਹਨੇ ਸਾਰੀ ਉਮਰ ਤਾਂ ਗੀਤਾ ਪੜ੍ਹੀ ਨਹੀਂ, ਗੀਤਾ ਦਾ ਮਤਲਬ ਸਮਝਿਆ ਨਹੀਂ, ਵੀ ਗੀਤਾ ਦੇ ਵਿੱਚ ਕੀ ਦੱਸਿਆ ਸਾਨੂੰ, ਕੀ ਸਮਝਾਇਆ। ਜਿਹਨੇ ਸਾਰੀ ਉਮਰ ਦਾ ਸੰਗਤ ਕੀਤੀ ਨਹੀਂ, ਜਿਹਨੂੰ ਪਤਾ ਨਹੀਂ ਵੀ ਗੁਰਬਾਣੀ ਗੁਰੂ ਸਾਨੂੰ ਕੀ ਕਹਿ ਰਹੇ ਨੇ, ਹੁਣ ਅੰਤ ਸਮੇਂ ਉਹਨੂੰ ਜੇ ਆਪਾਂ ਆਖੀਏ ਵੀ ਹੁਣ ਇਹਨੂੰ ਇਹਦੀ ਸਮਝ ਲੱਗ ਜਾਏਗੀ, ਉਹਨੂੰ ਕਿੱਥੋਂ ਸਮਝ ਲੱਗੇਗੀ। ਜੇ ਅਸੀਂ ਆਖੀਏ ਵੀ ਅੰਤ ਸਮੇਂ ਹੁਣ ਇਹਦੇ ਸਿਮਰਨ ਚੱਲ ਪਏਗਾ, ਇਹਨੂੰ ਮਾਲਕ ਚੇਤੇ ਆਏਗਾ, ਉਹਨੂੰ ਕਿੱਥੇ ਚੇਤੇ ਆਉਣਾ ਜਿਹਨੇ ਪਹਿਲਾਂ ਨਹੀਂ ਕੀਤਾ। ਮਾਰੇ ਤਾਈਆਂ ਸਾਨੂੰ ਫਿਰ ਸਮਝਾਉਂਦੇ ਵੀ ਜੇ ਹੁਣ ਔਖਾ ਲੱਗਦਾ, ਜਦੋਂ ਅੰਤ ਸਮਾਂ ਆਉਂਦਾ ਫੇਰ ਨਹੀਂ ਹੁੰਦਾ ਜੀਵਤ। ਫਰਮਾਉਂਦੇ ਨੇ, ਆਬ ਨਾ ਭਜਸ ਤਾਂ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਈ। ਜਿਵੇਂ ਜੀਵ ਕਹਿੰਦਾ ਵੀ ਹੁਣ ਨਹੀਂ ਸਿਮਰਨ ਹੁੰਦਾ, ਵੀ ਥੋੜ੍ਹਾ ਜਿਹਾ ਰੁਕ ਜਾਈਏ, ਹਜੇ ਸੰਸਾਰ ਦਾ ਕਾਰੋਬਾਰ ਇੰਨਾ ਕੁ ਕਰ ਲਈਏ, ਵੀ ਇੰਨਾ ਕੁ ਪੈਸਾ ਇਕੱਠਾ ਕਰ ਲਈਏ, ਇੰਨਾ ਕੁ ਕਾਰੋਬਾਰ ਕਰ ਲਈਏ, ਫਿਰ ਵਿਹਲੇ ਹੋ ਕੇ ਕਰਿਆ ਕਰਾਂਗੇ। ਅਤੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਕੀ ਕਹਿੰਦੇ, ਉਹ ਤਾਂ ਕਹਿੰਦੇ ਵੀ ਜਪਣ ਲੱਗੇ ਇੱਕ ਖਿੰਨ ਵੀ ਢਿੱਲ ਨਾ ਕਰ। ਵੀ ਸਵਾਸਾਂ ਦਾ ਸਾਡੇ ਕੀ ਭਰੋਸਾ, ਕੀ ਪਤਾ ਵੀ ਆਹ ਆਇਆ ਅਗਲਾ ਆਵੇ ਕਿ ਨਾ ਆਵੇ। ਮਹਾਰਾਜ ਤਾਈਆਂ ਫਰਮਾਉਂਦੇ, ਹਰ ਜਪਦਿਆਂ ਖਿੰਨ ਢਿੱਲ ਨਾ ਕੀਜੀ ਮੇਰੀ ਜਿੰਦੜੀਏ, ਮੱਚ ਕੇ ਜਾਪੇ ਸਾਹੁ ਆਵੇ ਕਿ ਨਾ ਆਵੇ ਰਾਮ। ਸਾਨੂੰ ਇਸ ਵਾਸਤੇ ਫਿਰ ਸਮਝਾਉਂਦੇ ਵੀ ਜਿਵੇਂ ਜੀਵ ਛੋਟਾ ਹੁੰਦਾ, ਬੱਚਾ ਹੁੰਦਾ, ਉਦੋਂ ਆਪਾਂ ਕਹਿੰਦੇ ਵੀ ਇਹਦਾ ਬੱਚਾ ਹੈ, ਕੋਈ ਨਹੀਂ ਵੱਡਾ ਹੋ ਜਾਵੇ, ਜਵਾਨ ਹੋ ਗਈ, ਬਚਪਨ ਤੋਂ ਜਵਾਨੀ 'ਤੇ ਟਾਲ ਦਿੱਤਾ। ਜਦੋਂ ਜਵਾਨ ਹੋਇਆ ਅਤੇ ਉਦੋਂ ਕਹਿੰਦਾ ਵੀ ਹਜੇ ਤਾਂ ਕੰਮ ਕਾਰ ਦੇ ਦਿਨ ਨੇ, ਮੌਜ ਮਸਤੀ ਦੇ ਦਿਨ ਨੇ,
ਬਜ਼ੁਰਗ ਹੋ ਗਏ ਵੀ ਬਜ਼ੁਰਗ ਹੋ ਕੇ ਕਰ ਲਾਂਗੇ। ਹੁਣ ਜਦੋਂ ਬਜ਼ੁਰਗ ਹੋ ਗਿਆ ਤੇ ਬਜ਼ੁਰਗ ਨੂੰ ਆਖੋ ਵੀ ਹੁਣ ਕੋਈ ਬਜ਼ੁਰਗ ਨੇ ਮੰਨ ਲਓ ਵੀ ਉਹ ਕੋਈ ਕੰਮ ਕਾਰ ਨਹੀਂ ਕਰਦੇ, ਵਿਹਲੇ ਨੇ। ਹੁਣ ਉਹਨਾਂ ਨੂੰ ਆਖੋ ਵੀ ਤੁਸੀਂ ਤਾਂ ਵਿਹਲੇ ਹੋ, ਤੁਸੀਂ ਕਰ ਲਓ। ਜੀਵ ਆਈ ਕਹਿੰਦਾ ਨਾ ਵੀ ਜਦੋਂ ਪਹਿਲਾਂ ਮੈਂ ਕੰਮ ਕਾਰ ਤੋਂ ਵਿਹਲਾ ਹੋ ਜਾਂ, ਵਿਹਲਾ ਹੋ ਕੇ ਕਰਾਂਗਾ। ਹੁਣ ਜਿਹੜੇ ਵਿਹਲੇ ਨੇ, ਵਿਹਲਿਆਂ ਨੂੰ ਆਖੋ ਵੀ ਤੁਸੀਂ ਕਰ ਲਓ, ਉਹ ਕਿਹੜਾ ਕਰਦੇ? ਉਹ ਕਹਿੰਦੇ ਹੁਣ ਤਾਂ ਹੁੰਦਾ ਨਹੀਂ, ਹੁਣ ਤਾਂ ਅੱਗੇ ਹੀ ਕਰਾਂਗੇ। ਮਹਾਰਾਜ ਤਾਈਓ ਫਿਰ ਸਾਨੂੰ ਸਮਝਾਉਂਦੇ ਵੀ ਇਹ ਸਮੇਂ ਦਾ ਕੋਈ ਪਤਾ ਨਹੀਂ ਵੀ ਕਦੋਂ ਖਤਮ ਹੋ ਜਾਣ। ਵੀ ਉਹ ਸਾਨੂੰ ਬਚਪਨ 'ਚ ਵੀ ਬੁਲਾ ਸਕਦੇ, ਜਦੋਂ ਜਵਾਨੀ ਆ ਗਈ ਜਵਾਨੀ 'ਚ ਵੀ ਬੁਲਾ ਸਕਦੇ, ਜਦੋਂ ਵਡੇਪਾ ਆ ਗਿਆ ਫਿਰ ਤਾਂ ਉਹਨੇ ਬੁਲਾਉਣਾ ਹੀ ਬੁਲਾਉਣਾ, ਫਿਰ ਤਾਂ ਜਾਣਾ ਹੀ ਜਾਣਾ। ਤਾਂ ਸਾਨੂੰ ਕਹਿੰਦੇ ਵੀ ਗੋਬਿੰਦ ਮਾਲਕ ਦੇ ਗੁਣ ਤੁਸੀਂ ਗਾਉਂਦੇ ਰਹੋ, ਵੀ ਉਹ ਸਮਾਂ ਕੋਈ ਪਤਾ ਨਹੀਂ ਸਾਡਾ ਕਦੋਂ ਖਤਮ ਹੋ ਜਾਣਾ ਅਤੇ ਕਦੋਂ ਸਾਨੂੰ ਬੁਲਾਵਾ ਆ ਜਾਣਾ। ਮਹਾਰਾਜ ਇਸ ਲਈ ਫਰਮਾਉਂਦੇ ਗੱਗਾ ਗੋਬਿੰਦ ਗੁਣ ਰਵੋ, ਸਾਸ ਸਾਸ ਜਪ ਨੀਤ ਕਹਾ ਵਿਸਾਸਾ ਦੇਖ, ਬਿਲਮ ਨਾ ਕਰਿਓ ਮੀਤ, ਨਹਿ ਬਾਰਕ ਨਹਿ ਜੋਬਣੇ ਨਾ ਬਿਰਦੀ ਕਿਛ ਬੰਦ, ਉਹ ਵੇਲਾ ਨਹਿ ਬੂਝੀਏ ਜੋ ਆਏ ਪਰੇ ਜਮ ਫੰਦ। ਵੀ ਉਹ ਵੇਲਾ ਕੋਈ ਪਤਾ ਨਹੀਂ ਕਦੋਂ ਜਮਾਂ ਨੇ ਆ ਕੇ ਸਾਡੀ ਗੰਢ ਖੋਲ੍ਹ ਦੇਣੀ, ਕਦੋਂ ਉਹਨਾਂ ਨੇ ਆ ਕੇ ਪਰਵਾਨਾ ਦਿਖਾ ਦੇਣਾ ਵੀ ਚੱਲੋ ਤੁਹਾਡਾ ਸਮਾਂ ਖਤਮ ਹੋ ਗਿਆ। ਹੁਣ ਜੇ ਅਸੀਂ ਮਾਲਕ ਦੇ ਗੁਣ ਗਾਉਂਦੇ ਹੋਵਾਂਗੇ ਅਤੇ ਫਿਰ ਸਾਨੂੰ ਸੌਖਾ। ਜੇ ਸਾਨੂੰ ਮਾਲਕ ਭੁੱਲੇ ਨਾ, ਸਾਨੂੰ ਵਿਸਰੇ ਨਾ, ਫਿਰ ਸਾਨੂੰ ਸਹਿਲਾ ਅੱਗੇ ਸੌਖਾ ਹੋ ਜਾਂਦਾ। ਮਹਾਰਾਜ ਤਾਈਓ ਫਰਮਾਉਂਦੇ ਕਿਆ ਜਾਣਾ ਕਬ ਮਰੇਂਗੇ ਕੈਸਾ ਮਰਨਾ ਹੋਈ, ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਈ। ਜੇ ਸਾਨੂੰ ਮਾਲਕ ਦਾ ਸਿਮਰਨ ਨਾ ਭੁੱਲੇ, ਜੇ ਸਾਨੂੰ ਮਾਲਕ ਨਾ ਭੁੱਲੇ ਤਾਂ ਸਹਿਲਾ ਸੌਖਾ। ਜਿਨ੍ਹਾਂ ਨੂੰ ਭੁੱਲਿਆ ਹੋਇਆ ਉਹਨਾਂ ਨੂੰ ਤਾਂ ਫਿਰ ਔਖਾ ਹੀ ਔਖਾ। ਅੱਗੇ ਉਹਨਾਂ ਦੀ ਜਿਹੜੀ ਹਾਲਤ ਹੁੰਦੀ ਹੈ ਉਹ ਫਿਰ ਜੋ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ ਜੋ ਦੇਖਿਆ, ਜੋ ਫਿਰ ਗੁਰਬਾਣੀ ਗੁਰੂ 'ਚ ਬਿਆਨ ਕੀਤਾ, ਉਹਨਾਂ ਨੇ ਦਰਜ ਕੀਤਾ, ਉਹ ਹਾਲਤ ਬਹੁਤ ਭਿਆਨਕ। ਜੇ ਇੱਕ ਵਾਰ ਸਾਡਾ ਮਨ ਜਾਗ ਪਵੇ ਅਤੇ ਜਾਗ ਕੇ ਉਹ ਕਿਤੇ ਹਾਲਤ ਦੇਖ ਲਵੇ ਨਾ, ਇਹ ਵੀ ਮਨਮੁਖ ਦੀ ਕੀ ਹਾਲਤ ਹੁੰਦੀ। ਵੀ ਜਦੋਂ ਜੀਵ ਦੇਹ ਛੱਡਦਾ, ਆਪਾਂ ਤਾਂ ਕਹਿੰਦੇ ਇੱਧਰੋਂ ਛੁਟਕਾਰਾ ਹੋ ਗਿਆ, ਚਲੋ ਇਹ ਤਾਂ ਜਿਵੇਂ ਕੋਈ ਬਜ਼ੁਰਗ ਸੀ, ਮੰਨ ਲਓ ਆਪਾਂ ਕਹਿੰਦੇ ਵੀ ਬਿਮਾਰੀ ਸੀ, ਔਖਾ ਸੀ ਜੀ, ਪਿਆਸ, ਵੀ ਸ਼ੁਕਰ ਆ ਚਲੋ ਇਹਦਾ ਛੁਟਕਾਰਾ ਹੋ ਗਿਆ, ਕੋਈ ਨਹੀਂ। ਉਹ ਛੁਟਕਾਰਾ ਨਹੀਂ ਹੋਇਆ ਉਹਦਾ। ਜੇ ਉਹਨੇ ਸਿਮਰਨ ਭਗਤੀ ਨਹੀਂ ਕੀਤੀ, ਉਹਦੇ ਤਾਂ ਇੰਨੀ ਵਿਫਤਾ ਪਈ ਹੈ, ਉਹਦੀ ਹਾਲਤ ਜਿਹੜੀ ਦੇਖਣ ਵਾਲੀ ਅੱਗੇ ਵੀ ਉਹਦੀ ਅਵਸਥਾ ਬਣਦੀ ਗਈ। ਜਾਮਨੇ ਜਿਹੜੇ ਉਦੋਂ ਹੀ ਨੰਗਾ ਕਰਕੇ ਕੁੱਟਣਾ ਸ਼ੁਰੂ ਕਰ ਦਿੰਦੇ, ਅਤੇ ਉਹਨਾਂ ਦੀ ਜਿਹੜੀ ਮਾਰ, ਉਹਨਾਂ ਦਾ ਜਿਹੜਾ ਡੰਡਾ, ਉਹ ਸਹਿਣਾ ਬਹੁਤ ਔਖਾ। ਉਹਨਾਂ ਦੀ ਕੁੱਟ ਜਿਹੜੀ ਉਹ ਸਹੀ ਨਹੀਂ ਜਾਂਦੀ ਉੱਥੇ। ਫਿਰ ਮਹਾਰਾਜ ਨੇ ਦੇਖ ਕੇ ਤਾਈਓ ਫਿਰ ਸਾਨੂੰ ਦੱਸਿਆ, ਜਿਹੜੇ ਗੁਰਮੁਖਾਂ ਨੇ ਦੇਖੇ ਆ। ਮਹਾਰਾਜ ਫਰਮਾਉਂਦੇ ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਾ ਸਹਿਆ ਜਾਏ, ਏਕ ਜੋ ਸਾਧੂ ਮੋਹੇ ਮਿਲਿਓ ਤੈਨ ਲੀਆ ਅੰਚਲ ਲਾਏ। ਉਹ ਕਹਿੰਦੇ ਵੀ ਜਮਾਂ ਦੀ ਜਿਹੜੀ ਮਾਰ, ਜਮਾਂ ਦਾ ਜਿਹੜਾ ਡੰਡਾ, ਉਹ ਸਿਆ ਨਹੀਂ ਜਾਂਦਾ ਵੀ ਉਹ ਇੰਨਾ ਕੁੱਟਦੇ ਨੇ। ਪਰ ਸਾਨੂੰ ਕਹਿੰਦੇ ਸਾਧੂ ਮਿਲ ਗਿਆ ਅਤੇ ਉਹਨੇ ਆਪਦੇ ਅੰਚਲ ਨਾਲ ਲਾ ਲਏ। ਸਤ ਸੰਗਤ ਮਿਲ ਗਈ ਅਤੇ ਸਤ ਸੰਗਤ ਦੇ ਵਿੱਚ ਆ ਕੇ ਸਾਨੂੰ ਨਾਮ ਦਾ ਭੇਤ ਆ ਗਿਆ ਅਤੇ ਅਸੀਂ ਪਰਮਾਤਮਾ ਦੇ ਅੰਚਲ ਨਾਲ ਲੱਗ ਗਏ, ਉਹਦੇ ਪੱਲੇ ਨਾਲ ਲੱਗ ਗਏ। ਜਦੋਂ ਅਸੀਂ ਮਾਲਕ ਦੇ ਪੱਲੇ ਲੱਗ ਜਾਵਾਂਗੇ ਫਿਰ ਅਸੀਂ ਜਮਾਂ ਦੇ ਮਾਰਗ 'ਤੇ ਨਹੀਂ ਜਾਵਾਂਗੇ। ਇਸ ਵਾਸਤੇ ਫਿਰ ਮਹਾਰਾਜ ਆਪਾਂ ਨੂੰ ਸਮਝਾਉਂਦੇ ਵੀ ਇੱਕ ਤਾਂ ਇਹ ਜਮਾਂ ਦੀ ਮਾਰ ਜਿਹੜੀ ਸਹਿਣੀ ਬੜੀ ਔਖੀ। ਹੁਣ ਆਪਾਂ ਨੂੰ ਕਹਿੰਦੇ ਵੀ ਤੁਸੀਂ ਜੇ ਜਮਾਂ ਦੀ ਮਾਰ ਤੋਂ ਬਚਣਾ ਹੈ ਤਾਂ ਹੁਣ ਤੁਸੀਂ ਮਨ ਨੂੰ ਕੁੱਟ ਲਓ ਆਪ। ਵੀ ਹੁਣ ਜਿਹੜਾ ਸਾਡਾ ਮਨ ਕਹਿਣਾ ਨਹੀਂ ਮੰਨਦਾ, ਜਿਹੜਾ ਇਹ ਵਿਕਾਰੀ ਹੋ ਗਿਆ, ਜਿਹੜਾ ਇਹ ਫੁਰਨਿਆਂ 'ਚ ਜਾਂਦਾ, ਵਿਚਾਰਾਂ 'ਚ ਜਾਂਦਾ, ਆਪਾਂ ਨੂੰ ਕਹਿੰਦੇ ਵੀ ਜੇ ਹੁਣ ਅਸੀਂ ਆਪਣੇ ਮਨ ਨੂੰ ਕੁੱਟ ਲਾਂਗੇ ਅਤੇ ਫਿਰ ਅਸੀਂ ਜਮਾਂ ਦੀ ਮਾਰ ਤੋਂ ਬਚ ਜਾਵਾਂਗੇ, ਅਸੀਂ ਛੁੱਟ ਜਾਵਾਂਗੇ। ਮਹਾਰਾਜ ਤਾਈਓ ਫਰਮਾਉਂਦੇ ਕੂਟਨ ਸੋਈ ਜੋ ਮਨ ਕੋ ਕੂਟੇ, ਮਨ ਕੋ ਕੂਟੇ ਤੋ ਜਮ ਤੇ ਛੂਟੇ। ਵੀ ਜੇ ਹੁਣ ਅਸੀਂ ਮਨ ਨੂੰ ਕੁੱਟਾਂਗੇ ਤਾਂ ਅਸੀਂ ਜਮਾਂ ਤੋਂ ਛੁੱਟ ਜਾਵਾਂਗੇ।
ਤੇ ਜੇ ਹੁਣ ਨਹੀਂ ਮਨ ਨੂੰ ਕੁੱਟਦੇ ਫਿਰ ਜਾਮੇ ਨੂੰ ਕੁੱਟਣਗੇ। ਇਸ ਵਾਸਤੇ ਸਤਿਗੁਰ ਤਾਂ ਹੁਣ ਸਾਨੂੰ ਪਿਆਰ ਨਾਲ ਸਮਝਾਉਂਦੇ, ਗੁਰਮੁਖ ਸਾਨੂੰ ਪਿਆਰ ਨਾਲ ਸਮਝਾਉਂਦੇ, ਕਿਉਂਕਿ ਉਹਨਾਂ ਨੂੰ ਸਾਡੇ ਨਾਲ ਹਮਦਰਦੀ, ਸਾਡੇ ਨਾਲ ਪਿਆਰ ਹੈ, ਤਾਂ ਕਰਕੇ ਪਿਆਰ ਨਾਲ ਸਮਝਾਉਂਦੇ। ਜਿਹੜੇ ਫਿਰ ਜੰਮ ਨੇ ਉਹਨਾਂ ਨੂੰ ਸਾਡੇ ਨਾਲ ਕੋਈ ਹਮਦਰਦੀ ਨਹੀਂ, ਉਹ ਸਾਡੇ ਨਾਲ ਕੋਈ ਪਿਆਰ ਨਹੀਂ ਜਤਾਉਂਦੇ। ਅਸੀਂ ਆਖੀਏ ਵੀ ਉਹ ਸਾਨੂੰ ਪਿਆਰ ਕਰਨਗੇ, ਉਹਨਾਂ ਦੀ ਜਿਹੜੀ ਮਾਰ ਉਹ ਤਾਂ ਫਿਰ ਜਦੋਂ ਕੁੱਟਦੇ ਉਹਨਾਂ ਨੂੰ ਤਰਸ ਕੋਈ। ਸੋ ਇਸ ਵਾਸਤੇ ਮਹਾਰਾਜ ਸਾਨੂੰ ਸਮਝਾਉਂਦੇ ਵੀ ਇੱਕ ਵਾਰ ਜੇ ਸਾਡਾ ਮਨ ਜਾਗ ਪਵੇ, ਜਾਗ ਕੇ ਉਹ ਅਵਸਥਾ ਜੀਵ ਦੀ ਦੇਖ ਲਵੇ ਵੀ ਜਦੋਂ ਕੋਈ ਜੀਵ ਦੇਹ ਛੱਡਦਾ, ਦੇਹ ਛੱਡਣ ਤੋਂ ਮਗਰੋਂ ਉਹ ਜਾਂਦਾ ਕਿੱਥੇ ਅਤੇ ਉਹਦੀ ਅੱਗੇ ਅਵਸਥਾ ਕੀ ਬਣਦੀ ਹੈ, ਕੀ ਹਾਲਤ ਹੁੰਦੀ। ਇੱਕ ਵਾਰ ਅਸੀਂ ਜੇ ਦੇਖ ਲਿਆ ਨਾ ਤੇ ਫਿਰ ਸਾਨੂੰ ਪਰਮਾਤਮਾ ਨਹੀਂ ਭੁੱਲਦਾ, ਫਿਰ ਅਸੀਂ ਵਾਹਿਗੁਰੂ ਨੂੰ ਨਹੀਂ ਛੱਡਾਂਗੇ। ਫਿਰ ਸਾਨੂੰ ਪਤਾ ਲੱਗ ਜਾਂਦਾ ਵੀ ਉੱਥੇ ਤਾਂ ਕੋਈ ਸੰਗੀ ਸਾਥੀ ਨਹੀਂ ਬਣਦਾ, ਉੱਥੇ ਕੋਈ ਨਹੀਂ ਬਾਂਹ ਫੜਦਾ ਸਾਡੀ, ਉੱਥੇ ਕੋਈ ਚਾਹੇ ਸਾਡਾ ਮਾਂ ਪਿਓ, ਸਾਡਾ ਭੈਣ ਭਰਾ, ਸਾਡੇ ਧੀਆਂ ਪੁੱਤਰ, ਸਾਡੇ ਰਿਸ਼ਤੇਦਾਰ, ਉੱਥੇ ਕਿਸੇ ਨੇ ਨਹੀਂ ਖੜਨਾ। ਫਿਰ ਸਾਨੂੰ ਭੇਤ ਆਉਂਦਾ ਵੀ ਉੱਥੇ ਤਾਂ ਮਾਲਕ ਨੇ ਸਾਨੂੰ ਛਡਾਉਣਾ, ਤੇ ਕਿਉਂ ਨਾ ਫਿਰ ਮਾਲਕ ਦੇ ਨਾਲ ਹੀ ਜੁੜਿਆ ਜਾਵੇ। ਇਸ ਵਾਸਤੇ ਹੁਣ ਆਪਾਂ ਨੂੰ ਸੱਚੇ ਪਾਤਸ਼ਾਹ ਫਿਰ ਸਮਝਾਉਂਦੇ ਵੀ ਹੁਣ ਸਾਡੇ ਕੋਲ ਮੌਕਾ ਹੈ, ਹੁਣ ਸਾਡੇ ਕੋਲ ਸਮਾਂ ਹੈ, ਹੁਣ ਸਾਨੂੰ ਵਾਰੀ ਮਿਲੀ ਮਾਲਕ ਨੂੰ ਮਿਲਣ ਵਾਸਤੇ, ਵੀ ਹੁਣ ਤੁਸੀਂ ਉਹਦੇ ਗੁਣ ਗਾਓ, ਉਹਦਾ ਸਿਮਰਨ ਕਰੋ। ਆਓ ਹੁਣ ਜੋ ਸਾਨੂੰ ਗੁਰੂ ਸਾਹਿਬ ਕਹਿ ਰਹੇ ਉਹਨਾਂ ਦਾ ਆਪਾਂ ਕਹਿਣਾ ਮੰਨ ਕੇ, ਜੋ ਆਪਾਂ ਨੂੰ ਅਭਿਆਸ ਮਹਾਰਾਜ ਦੱਸਦੇ ਸਾਸ ਗਿਰਾਸ, ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ, ਜਦੋਂ ਇਹ ਆਪਾਂ ਅਭਿਆਸ ਕਰਦੇ ਹਾਂ
ਨਾਲ ਆਪਾਂ ਸਤ ਸੰਗਤ ਕਰਦੇ ਹਾਂ, ਮਨ ਨੂੰ ਗੁਰੂ ਦੀ ਮੱਤ ਦਿੰਦੇ ਹਾਂ। ਫਿਰ ਆਪਣਾ ਜਿਹੜਾ ਮਨ ਇਹ ਲੋਭ ਲਹਿਰ ਦੇ ਵਿੱਚ ਨਹੀਂ ਜਾਂਦਾ, ਫਿਰ ਸਾਡੇ ਅੰਦਰ ਇਹ ਨਹੀਂ ਪ੍ਰਬਲ ਹੁੰਦੀ। ਜਿਵੇਂ ਆਪਾਂ ਸੰਸਾਰ 'ਚ ਤਾਂ ਦੇਖਦੇ ਹਾਂ ਨਾ, ਮਹਾਰਾਜ ਕਹਿੰਦੇ ਵੀ ਜਿਨ੍ਹਾਂ ਦੇ ਅੰਦਰ ਹੀ ਵਿਕਾਰ ਪੈਦਾ ਹੋ ਗਏ ਆ ਲੋਭ, ਵੀ ਉਹਨਾਂ ਨੂੰ ਫਿਰ ਮਾਲਕ ਚੇਤੇ ਹੀ ਨਹੀਂ ਆਉਂਦਾ। ਆਪਣੇ ਤੇ ਸਮਝੋ ਵੀ ਬਹੁਤ ਵੱਡੀ ਮਾਲਕ ਦੀ ਕਿਰਪਾ ਹੈ ਵੀ ਜਿਹੜਾ ਆਪਾਂ ਉਹਦਾ ਸਿਮਰਨ ਕਰਦੇ ਹਾਂ, ਜਿਹੜਾ ਆਪਾਂ ਨੂੰ ਮਾਲਕ ਚੇਤੇ ਆਉਂਦਾ। ਜਿਨ੍ਹਾਂ ਦੇ ਅੰਦਰ ਫਿਰ ਇਹ ਵਿਕਾਰ ਪੈਦਾ ਹੋ ਗਿਆ ਉਹਨਾਂ ਨੂੰ ਤਾਂ ਮਨਮੁਖ ਮੂੜ ਅਗਿਆਨੀ ਕਹਿੰਦੇ, ਵੀ ਉਹਨਾਂ ਦੇ ਭਾਗ ਜਿਹੜੇ ਬਹੁਤ ਮੰਦੇ ਨੇ। ਮਹਾਰਾਜ ਕਹਿੰਦੇ ਤਾਈਓ ਫਰਮਾਉਂਦੇ, ਲੋਭ ਵਿਕਾਰ ਜਿਨ੍ਹਾਂ ਮਨ ਲਾਗਾ, ਹਰ ਵਿਸਰਿਆ ਪੁਰਖ ਚੰਗੇਰਾ। ਉਹ ਇਹ ਮਨਮੁਖ ਮੂੜ ਅਗਿਆਨੀ ਕਹੀਏ, ਤਿੰਨ ਮਸਤਕ ਭਾਗ ਮੰਦੇਰਾ। ਵੀ ਕਿੰਨੇ ਉਹਨਾਂ ਦੇ ਮੰਦੇ ਭਾਗ ਗੁਰੂ ਸਾਹਿਬ ਕਹਿੰਦੇ, ਵੀ ਕਿੱਡੇ ਵੱਡੇ ਮਨਮੁਖ ਅਗਿਆਨੀ ਮੂੜੇ, ਵੀ ਉਹਨਾਂ ਦੇ ਅੰਦਰ ਇਹ ਲੋਭ ਜਿਹੜਾ ਲਹਿਰ ਪ੍ਰਬਲ ਹੋਈ ਅਤੇ ਤਾਂ ਕਰਕੇ ਫਿਰ ਉਹ ਮਾਲਕ ਤੋਂ ਦੂਰ ਨੇ। ਮਾਲਕ ਉਹਨਾਂ ਨੂੰ ਚੇਤੇ ਨਹੀਂ ਆਏਗਾ ਜੇ ਇਸੇ ਤਰ੍ਹਾਂ ਹੀ ਉਹ ਲੋਭੀ ਹੋਏ ਨੇ। ਸੋ ਇਸ ਵਾਸਤੇ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਜੇ ਅਸੀਂ ਹੁਣ ਸੰਗਤ ਕਰਾਂਗੇ, ਸਿਮਰਨ ਕਰਾਂਗੇ, ਫਿਰ ਸਾਡੇ ਅੰਦਰ ਇਹ ਲਹਿਰ ਜਿਹੜੀ ਹੈ ਪ੍ਰਬਲ ਨਹੀਂ ਹੋਏਗੀ। ਅਤੇ ਜੇ ਲਹਿਰ ਪ੍ਰਬਲ ਨਹੀਂ ਹੋਏਗੀ ਅਸੀਂ ਮਾਲਕ ਦੇ ਨੇੜੇ ਰਵਾਂਗੇ। ਸੋ ਤਾਈਓ ਆਪਾਂ ਨੂੰ ਸਤਿਗੁਰਾਂ ਨੇ ਫਿਰ ਜੋ ਮਾਰਗ ਦੱਸੇ ਪਿਆਰ ਦਾ, ਵੀ ਇਹ ਸਰੀਰ ਜਿਹੜਾ ਹਰੀ ਦਾ ਮੰਦਰ ਹੈ, ਜਿਹਨੂੰ ਹੁਣ ਇਹ ਭੇਦ ਆ ਗਿਆ ਵੀ ਹਰੀ ਦਾ ਮੰਦਰ ਹੈ, ਫਿਰ ਉਹ ਇਹਦੇ ਵਿੱਚ ਜ਼ਹਿਰ ਨਹੀਂ ਪਾਏਗਾ, ਫਿਰ ਉਹ ਨਸ਼ਾ ਨਹੀਂ ਪਾਏਗਾ ਇਹਦੇ ਵਿੱਚ, ਫਿਰ ਉਹ ਐਸੀਆਂ ਚੀਜ਼ਾਂ ਨਹੀਂ ਬਣਾਏਗਾ ਵੀ ਜਿਹਦੇ ਨਾਲ ਇਹਦਾ ਨੁਕਸਾਨ ਹੋਵੇ। ਇਹ ਤਾਂ ਹੀ ਹੈ ਜਦੋਂ ਜੀਵ ਦੇ ਅੰਦਰ ਲੋਭ ਲਹਿਰ ਚੱਲਦੀ ਫਿਰ ਹੀ ਉਹ ਸਾਰਾ ਕੁਝ ਕਰਦਾ। ਅਤੇ ਮਹਾਰਾਜ ਨੇ ਇਸੇ ਕਰਕੇ ਆਪਾਂ ਨੂੰ ਸਮਝਾਇਆ ਵੀ ਇਹ ਮਾਰਗ ਹੈ ਜਿਹੜਾ ਇਹ ਪਿਆਰ ਦਾ। ਅਤੇ ਜਦੋਂ ਅਸੀਂ ਇਹ ਪਿਆਰ ਦੇ ਮਾਰਗ ਦੇ ਉੱਤੇ ਚੱਲਾਂਗੇ, ਜਿਹੜੇ ਧਰਮ ਦੇ ਗੁਣ ਨੇ, ਸਤੋ ਗੁਣ ਨੂੰ ਧਰਮੀ ਹੱਟ ਆਖੀਏ, ਫਿਰ ਸਾਡੇ ਅੰਦਰ ਮਾਲਕ ਦੇ ਜਿਹੜੇ ਗੁਣ ਉਹ ਆ ਜਾਣਗੇ। ਦਇਆ, ਨਰਮਤਾ, ਸਹਿਣਸ਼ੀਲਤਾ, ਸਬਰ, ਸੰਤੋਖ। ਫਿਰ ਅਸੀਂ ਨਿਰਭਉ ਹੋ ਜਾਵਾਂਗੇ, ਨਿਰਵੈਰ ਹੋ ਜਾਵਾਂਗੇ। ਜਦੋਂ ਅਸੀਂ ਮਾਲਕ ਨੂੰ ਧਿਆਵਾਂਗੇ ਸਾਡੇ ਅੰਦਰ ਕਿਸੇ ਕਿਸਮ ਦਾ ਕੋਈ ਭੈ ਨਹੀਂ ਰਹੇਗਾ। ਨਿਰਭਉ ਜਪੇ ਸਗਲ ਭੈ ਮਿਟੇ। ਸੋ ਇਸ ਵਾਸਤੇ ਹੁਣ ਗੁਰਮੁਖ ਪਿਆਰੇ ਹੋਏ ਆਪਾਂ ਵੱਧ ਤੋਂ ਵੱਧ ਅਭਿਆਸ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰਨਾ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਦਿੱਤਾ ਆਪਾਂ ਨੂੰ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਆਪਾਂ ਰੋਜ਼ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਆਪਣੇ ਮਨ ਨੂੰ ਸੋਝੀ ਆ ਜੇ ਅਤੇ ਆਪਾਂ ਮਨ ਨੂੰ ਗੁਰੂ ਦੀ ਮੱਤ ਗਿਆਨ ਦੇ ਕੇ ਇਹਨੂੰ ਘਰ ਬਿਠਾਈਏ ਸਹਿਜ ਦੇ ਵਿੱਚ, ਤਾਂ ਕਿ ਸੁੱਖ ਲਵੇ, ਆਨੰਦ ਲਵੇ। ਸੋ ਗੁਰਮੁਖ ਪਿਆਰਿਓ, ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ।